भूर्भुवस्वः तत्सवितुर्वरेण्यं भर्गो देवस्य धीमहि धियो यो न प्रचोदयात्। ॐ भूर्भुवस्वः तत्सवितुर्वरेण्यं भर्गो देवस्य धीमहि धियो यो न प्रचोदयात्। ॐ भूर्भुवस्वः तत्सवितुर्वरेण्यं भर्गो देवस्य धीमहि धियो यो नः प्रचोदयात्। परम सत्कार्य गुरु महाराज जी के पावन दरबार में हाजरियां भर रहे सत्संगी जनों, आओ सारे अपने मन बिरतियां नूं एकाग्र करो। जिथे शरीर करके हाजरी भर रहे हो उथे अपनी मन बुद्धि नूं भी कायम करो, एकाग्र करो। असीस लवो संतां दी, महात्मा दी, महापुरखां दी। साडा बोलिया ते तुहाडा सुनिया प्रवान हो जावे। फिर बेनती सुनो, मन बिरतियां नूं एकाग्र करो, असीस लवो सतगुरु दी, महाराज दी, संतां दी, महात्मा दी। साडा बोलिया ते तुहाडा सुनिया प्रवान हो जावे, थां पै जावे। साडे जीवन विच क्रांति आ जावे, साडा जीवन उज्जवल हो जावे। ये ब्रह्म दी बात, ब्रह्म दा ज्ञान, परमेश्वर दी ये बख्शिश तुहाडे जीवन नूं उज्जवल कर देवे। तुहाडा मनोरथ जिस करके मनुखा जामा आप जी नूं मिलिया ओहदा मनोरथ पूरा हो जाए। आओ सारे रसना पवित्र करो, अपने गुरुआं नूं, संतां महात्मा नूं, सतगुरुआं नूं नमस्कार करिए। बड़े ही प्यार सत्कार प्रसन्नता दे विच आके रसना पवित्र करो। आखो जी वाहिगुरु जी का खालसा, वाहिगुरु जी की फतेह। सतगुरुदेव महाराज की जय। श्री चंद्र भगवान साहिब जी की जय। सब तो पहला जदों सत्संग विच बैठो, अपने मन नूं उत्सुकता नाल बैठो, थोड़ा जिहा प्यार विच बैठो, क्योंकि इत्थों जो प्राप्ति होनी है उहदे विच तुहाडे हिरदे विच, तुहाडे मन विच प्रेम होना, प्यार होना बहुत जरूरी है। जदों प्रेम प्यार नाल, भावना नाल, श्रद्धा नाल तुसीं बैठोगे तां सतगुरां दे जो पावन पवित्र बचन ने उन्हां दा जो कारज है, उन्हां दी जो बख्शिश है उन्हां बचनां दी, वो तुहानूं प्राप्त हो जाएगी। जो जिस आस नाल, जिस भावना नाल असीं सत्संग सुनते हैं
ਉਹ ਸਾਡੀ ਆਸ ਪੂਰਨ ਹੋ ਜਾਂਦੀ ਹੈ ਜੇ ਅਸੀਂ ਸਤਸੰਗ ਨੂੰ ਪ੍ਰੇਮ ਦੀ ਝੋਲੀ ਵਿੱਚ ਪਵਾ ਲਈਏ। ਜਨਮਾਂ ਜਨਮਾਂ ਦਾ ਹਿਸਾਬ ਕਿਤਾਬ ਹੈ, ਮਨ ਬਹੁਤ ਕਠੋਰ ਹੈ, ਸਮਾਂ ਕਲਯੁਗ ਦਾ ਜਾ ਰਿਹਾ ਹੈ, ਜਿੱਥੇ ਸੰਸਾਰਕ ਰਿਸ਼ਤਿਆਂ ਦੀ, ਸੰਸਾਰਕ ਸੁਵਿਧਾਵਾਂ ਦੀ ਪ੍ਰਾਪਤੀ ਨਹੀਂ ਹੋ ਰਹੀ। ਸੰਸਾਰਕ ਰਿਸ਼ਤੇ ਹੀ ਗੜਬੜਾ ਗਏ ਨੇ, ਵਾਤਾਵਰਨ ਖਰਾਬ ਹੋ ਗਿਆ, ਮਨ ਉਦਾਸ ਨੇ, ਚਿੱਤ ਪਰੇਸ਼ਾਨ ਹੈ। ਇਹ ਜਗਤ ਦਾ, ਸੰਸਾਰ ਦਾ ਅੱਜ ਦਾ ਸੁਭਾਅ ਬਣਿਆ ਹੋਇਆ ਹੈ। ਕੋਈ ਵਿਰਲੇ ਨੇ ਜਿਹੜੇ ਥੋੜਾ ਬਹੁਤ ਸਹਿਜ ਵਿੱਚ ਨੇ, ਜਿਹੜੇ ਥੋੜੇ ਬਹੁਤ ਆਨੰਦ ਵਿੱਚ ਨੇ, ਨਹੀਂ ਤਾਂ ਬਹੁਤਾ ਸੰਸਾਰ ਤਪਸ ਦੇ ਵਿੱਚੋਂ ਲੰਘ ਰਿਹਾ। ਇਸ ਤਪਸ ਨੂੰ ਖਤਮ ਕਰਨ ਵਾਸਤੇ, ਇਸ ਦੁਵਿਧਾ ਨੂੰ ਖਤਮ ਕਰਨ ਵਾਸਤੇ, ਇਸ ਦੁੱਖ ਨੂੰ ਖਤਮ ਕਰਨ ਵਾਸਤੇ, ਇਸ ਚਿੰਤਾ ਨੂੰ ਖਤਮ ਕਰਨ ਵਾਸਤੇ, ਆਤਮਾ ਦਾ ਫੁੱਲ ਖਿਲਾਉਣ ਵਾਸਤੇ, ਆਤਮਾ ਦੀ ਪ੍ਰਸੰਨਤਾ ਵਾਸਤੇ, ਮਨ ਨੂੰ ਜਗਾਉਣਾ ਕਰਨ ਵਾਸਤੇ ਇੱਕੋ ਇੱਕ ਸਾਧਨ ਹੈ, ਸਤਸੰਗ। ਜੇ ਸਤਸੰਗ 'ਚ ਆ ਕੇ ਵੀ ਮਨ ਨਾ ਖਿਲਿਆ, ਜੇ ਸਤਸੰਗ 'ਚ ਆ ਕੇ ਵੀ ਪ੍ਰਸੰਨਤਾ ਨਾ ਮਿਲੀ, ਜੇ ਸਤਸੰਗ ਸਰਵਣ ਕਰਕੇ ਵੀ ਅੰਦਰ ਸਾਡਾ ਫੁੱਲ ਨਾ ਖਿਲਿਆ, ਫਿਰ ਕੋਈ ਹੋਰ ਪਿਆਰਿਓ ਰਸਤਾ ਨਹੀਂ ਹੈਗਾ ਜਿਹਦੇ ਨਾਲ ਸਾਡਾ ਜੀਵਨ ਖੁਸ਼ਹਾਲ ਹੋ ਜਾਏਗਾ। ਜੀਵਨ ਨੂੰ ਖੁਸ਼ਹਾਲ ਕਰਨ ਵਾਸਤੇ ਸੰਤਾਂ ਮਹਾਤਮਾ ਨੇ, ਗੁਰੂਆਂ ਨੇ ਇੱਕ ਸਤਸੰਗ ਦੀ ਸਥਾਪਨਾ ਕੀਤੀ ਸੀ। ਉਹਦੇ ਬਾਰੇ ਬੜੇ ਬਚਨ ਨੇ ਗ੍ਰੰਥਾਂ ਵਿੱਚ, ਧਰਮ ਵਿੱਚ। ਸਤ ਸੰਗਤ ਕੈਸੀ ਜਾਣੀਏ। ਹੁਣ ਜਦੋਂ ਸਤ ਦਾ ਸੰਗ ਹੋਏਗਾ, ਜਾਂ ਤਾਂ ਬੰਦਾ ਆਪਣੇ ਅੰਦਰੋਂ ਅੰਦਰ ਹੀ ਕਰੇਗਾ, ਉਹ ਗਹਿਰੀ ਅਵਸਥਾ ਹੈ, ਉਹ ਮੁੱਢਲੀ ਅਵਸਥਾ ਨਹੀਂ ਹੈ। ਬਾਹਰੋਂ ਅੰਦਰ ਜਾਣ ਵਾਸਤੇ ਪਹਿਲਾਂ ਸਾਨੂੰ ਬਾਹਰੀ ਗਿਆਨ ਲੈਣਾ ਪਏਗਾ, ਜਿਹਦੇ ਨਾਲ ਅਸੀਂ ਅੰਦਰ ਦੇ ਸੱਚ ਨੂੰ ਖੋਜ ਸਕੀਏ। ਉਹ ਬਾਹਰੀ ਗਿਆਨ ਸਾਡੇ ਧਾਰਮਿਕ ਗ੍ਰੰਥ, ਸਾਡੀ ਧਾਰਮਿਕ ਵਿਦਿਆ, ਸਾਡੇ ਧਰਮ ਗੁਰੂ, ਸੰਤ, ਮਹਾਤਮਾ, ਮਹਾਰਾਜ, ਸਤਿਪੁਰਸ਼, ਗੁਰੂ ਲੋਕ ਇਹ ਗਿਆਨ ਦਿੰਦੇ ਨੇ। ਜਦੋਂ ਸੰਸਾਰ ਤਪਦਾ ਹੈ, ਉਹਦੇ ਵਾਸਤੇ ਸਰਕਾਰਾਂ ਵੀ, ਜਦੋਂ ਕੋਈ ਮਹਾਮਾਰੀ, ਦੁੱਖ ਆਉਂਦਾ ਹੈ, ਆਪਣੇ ਆਪਣੇ ਉਪਰਾਲੇ ਕਰਦੀਆਂ ਨੇ। ਫਿਰ ਸੰਤ ਮਹਾਤਮਾ ਵੀ ਉਪਰਾਲੇ ਕਰਦੇ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਫਿਰ ਉਹ ਖੁਦਾ ਅੱਗੇ, ਪਰਮਾਤਮਾ ਅੱਗੇ ਅਰਦਾਸ ਬੇਨਤੀ ਜੋਦੜੀ ਕਰਦੇ ਨੇ, ਸਤਿਗੁਰ ਕਿਰਪਾ ਕਰੋ, ਮਿਹਰ ਕਰੋ, ਇਹ ਅੱਗ ਤੁਹਾਡੀ ਲਾਈ ਹੈ ਤੇ ਤੁਸੀਂ ਬੁਝਾਉਣੀ ਹੈ। ਬੁਰੇ ਕਰਮਾਂ ਕਰਕੇ ਸੰਸਾਰ ਸੜ ਰਿਹਾ ਤੇ ਸ਼ੁਭ ਕਰਮਾਂ ਕਰਕੇ ਇਹ ਅੱਗ ਬੁਝਣੀ ਹੈ। ਸ਼ੁਭ ਕਰਮਾਂ ਦੀ ਸ਼ੁਰੂਆਤ ਸਤਸੰਗ ਤੋਂ ਹੁੰਦੀ ਹੈ। ਸਤਸੰਗ ਮਹਾਤਮਾ, ਸਤਿਪੁਰਸ਼ ਆਪਣੇ ਪਿਆਰਿਆਂ ਨੂੰ, ਜਿਨ੍ਹਾਂ ਨਾਲ ਉਹਨਾਂ ਦਾ ਨੇਹ ਹੁੰਦਾ ਹੈ, ਜਿਨ੍ਹਾਂ ਦੇ ਭਾਗਾਂ ਵਿੱਚ ਇਹ ਸਤਸੰਗ ਦੀਆਂ ਘੜੀਆਂ ਹੁੰਦੀਆਂ ਨੇ,
ਸੰਗਤੀ ਰੂਪ ਵਿੱਚ ਉਹਨਾਂ ਨੂੰ ਜੋੜ ਕੇ ਫਿਰ ਸਤ ਦਾ ਗਿਆਨ, ਸਤ ਦਾ ਬੋਧ ਕਰਾਉਂਦੇ ਨੇ। ਇਹ ਦੱਸਦੇ ਨੇ ਕਿ ਇਹ ਜੋ ਦੁੱਖ ਆ ਰਿਹਾ ਹੈ, ਇਹ ਕਿਉਂ ਆ ਰਿਹਾ ਹੈ, ਇਹ ਦੁੱਖ ਦਾ ਕਾਰਨ ਕੀ ਹੈ। ਇਹ ਦੁੱਖ ਕੋਈ ਪਰਮਾਤਮਾ ਇਸ ਬ੍ਰਹਮ ਦਾ ਮਾਲਕ ਹੈ, ਇਸ ਸ੍ਰਿਸ਼ਟੀ ਦਾ ਮਾਲਕ ਹੈ। ਪਰਮਾਤਮਾ ਦਾ ਸੁਭਾਅ ਨਹੀਂ ਹੈ ਦੁੱਖ ਦੇਣਾ। ਪਰਮਾਤਮਾ ਦੇ ਜਿੰਨੇ ਰੂਪ ਨੇ ਸਾਰੇ ਸੁੱਖ ਹੀ ਦਿੰਦੇ ਨੇ। ਬੰਦੇ ਨੇ ਆਪਦੀ ਬੁੱਧੀ ਨਾਲ ਆਪਣੇ ਕਈ ਤਰ੍ਹਾਂ ਦੇ ਪ੍ਰਯੋਗ ਕਰਕੇ ਦੁੱਖਾਂ ਦੇ ਜ਼ਖੀਰੇ ਖੜੇ ਕਰ ਲਏ ਨੇ। ਉਹਦੇ ਵਿੱਚ ਕਈ ਵਾਰੀ ਬੰਦਾ ਆਪ ਵੀ ਸੜਦਾ ਹੈ ਤੇ ਦੂਜਿਆਂ ਨੂੰ ਵੀ ਸਾੜਦਾ ਹੈ। ਜਦੋਂ ਅੱਗ ਲੱਗਦੀ ਹੈ, ਫਿਰ ਉਹ ਜਦੋਂ ਹਵਾ ਚੱਲਦੀ ਹੈ, ਜਿੱਧਰ ਨੂੰ ਹਵਾ ਤੁਰੀ ਜਾਂਦੀ ਹੈ ਉਧਰ ਨੂੰ ਅੱਗ ਲੂਹਦੀ ਤੁਰੀ ਜਾਂਦੀ ਹੈ। ਫਿਰ ਇਸ ਅੱਗ ਤੋਂ ਬਚਾਉਣ ਵਾਸਤੇ ਸਤਸੰਗ ਇੱਕ ਬਹੁਤ ਵੱਡਾ ਸਾਧਨ ਹੈ। ਜਦੋਂ ਸਤਸੰਗ ਦੀ ਕਿਸੇ ਨੂੰ ਪ੍ਰਾਪਤੀ ਹੋ ਜੇ, ਜਾਣੋ ਤੁਹਾਨੂੰ ਪਾਣੀ ਦਾ, ਜਲ ਦਾ ਸੋਮਾ ਮਿਲ ਗਿਆ। ਪੁਰਾਣੇ ਸਮਿਆਂ ਦੇ ਵਿੱਚ ਜਾਂ ਖੂਹ ਹੁੰਦੇ ਸੀ ਜਾਂ ਚਸ਼ਮੇ ਹੁੰਦੇ ਸੀ। ਜਦੋਂ ਕਿਸੇ ਨੂੰ ਖੂਹ ਦਾ ਸਹਾਰਾ ਮਿਲ ਜਾਂਦਾ ਤੇ ਪਿਆਸੇ ਦੀ ਪਿਆਸ ਬੁਝ ਜਾਂਦੀ ਹੈ ਥੋੜਾ ਜਿਹਾ ਯਤਨ ਕਰਨ ਤੇ। ਇਹ ਨਹੀਂ ਕਿ ਖੂਹ ਮਿਲ ਗਿਆ ਤੇ ਖੂਹ ਆਪੇ ਪਿਆਸ ਬੁਝਾ ਦੇਗਾ, ਚਸ਼ਮਾ ਮਿਲ ਗਿਆ ਤੇ ਚਸ਼ਮਾ ਆਪੇ ਪਿਆਸ ਬੁਝਾ ਦੇਗਾ। ਸਾਨੂੰ ਚਸ਼ਮੇ ਨਾਲ, ਖੂਹ ਨਾਲ ਥੋੜੀ ਜੀ ਲੇਵਾ ਦੇਵੀ ਬਣਾਉਣੀ ਪੈਣੀ। 4 ਕਦਮ ਚੱਲ ਕੇ ਚਸ਼ਮੇ ਦੇ ਕੋਲ ਜਾਣਾ ਪਏਗਾ। ਚਸ਼ਮੇ ਨੂੰ ਆਪਣੀ ਇੱਛਾ ਦੱਸਣੀ ਪਏਗੀ ਕਿ ਮੈਂ ਪਿਆਸਾ, ਮੈਂ ਤੇਰੇ ਦਰ ਤੇ ਆਇਆ, ਮੈਨੂੰ ਕਿਰਪਾ ਕਰਕੇ ਮੇਰੀ ਪਿਆਸ ਬੁਝਾਉਣ ਵਾਸਤੇ 2 ਚੂੜੀਆਂ ਜਲ ਬਖਸ਼। ਇਸੇ ਤਰ੍ਹਾਂ ਖੂਹ ਦੇ ਵਿੱਚ ਆਪਾਂ ਲੱਜ ਲਾ ਕੇ ਰੱਸਾ ਪਾ ਕੇ ਬਾਲਟੀ ਵਾਉਂਦੇ ਆ, ਉਥੋਂ ਵੀ ਵਿਧੀ ਪਾਣੀ ਕੱਢਣ ਦੀ ਤੁਸੀਂ ਜਾਣਦੇ ਹੋ। ਇਸੇ ਤਰ੍ਹਾਂ ਸਤਸੰਗ ਸੋਮਾ ਹੈ ਪਿਆਰਿਓ। ਇੱਥੇ ਜਦੋਂ ਤੁਸੀਂ ਆਉਂਦੇ ਜੇ, ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਅੰਦਰ ਇੱਕ ਭਰੋਸਾ ਰੱਖਣਾ ਪੈਂਦਾ ਹੈ। ਮੈਂ ਸਤ, ਜਿੱਥੇ ਸਤ ਦਾ ਸੰਗ ਕਰਨ ਪਹੁੰਚਿਆ, ਇੱਥੇ ਮੈਂ ਉਸ ਸਤ ਦੇ ਜਿਹੜੇ ਬਚਨ ਨੇ, ਜਿਹੜੀ ਸਤ ਦੀ ਬਾਤ ਹੈ, ਮੈਂ ਉਹਨੂੰ ਸਮਝਣਾ ਹੈ। ਉਹਨੂੰ ਸਮਝ ਕੇ ਮੈਂ ਕਮਾਉਣਾ ਹੈ, ਕਮਾ ਕੇ ਮੈਂ ਆਪਣੇ ਜੀਵਨ 'ਚ ਢਾਲਣਾ ਹੈ। ਉਹ ਜੇ ਤੁਸੀਂ ਇਕਾਗਰ ਚਿੱਤ ਹੋ ਕੇ ਪ੍ਰਸੰਨ ਹੋ ਕੇ ਪ੍ਰਸੰਨਤਾ ਵਿੱਚ ਬੈਠੋਗੇ, ਖੁਸ਼ੀ ਵਿੱਚ ਬੈਠੋਗੇ, ਆਨੰਦ ਵਿੱਚ ਬੈਠੋਗੇ, ਉਹ ਬਚਨ ਤੁਹਾਨੂੰ ਇੱਥੋਂ ਹੀ, ਜਦੋਂ ਤੁਸੀਂ ਸਤਸੰਗ ਸੁਣੋਗੇ, ਤੁਹਾਨੂੰ ਸੁਣਦਿਆਂ ਨਾਲ ਹੀ ਉਹ ਠੰਡ ਪਾਉਣੀ ਸ਼ੁਰੂ ਕਰ ਦੇਣਗੇ। ਕਿਉਂ? ਜਦੋਂ ਜ਼ਖਮ ਹੋਵੇ, ਜਲਨ ਹੋਈ ਹੋਵੇ, ਤੇ ਜਿਹੜੀ ਮਲਮ, ਜਿਹੜੀ ਦਵਾਈ ਹੁੰਦੀ ਹੈ, ਇੱਥੋਂ ਪਤਾ ਲੱਗ ਜਾਂਦਾ ਉਹ ਦਵਾਈ ਦਾ ਵੀ ਇਹਨੇ ਸਾਡੇ ਮਲਮਾਂ ਤੇ ਮਲਮ ਲਾਉਂਦਿਆਂ ਹੀ ਜਿੱਥੇ ਜ਼ਖਮ ਹੈ ਉਹਦੇ ਉੱਤੇ ਜਦੋਂ ਮਾੜਾ ਜਿਹਾ ਹਲੇ ਉਹ ਮਲਮ ਲਗਾਈ ਹੈ ਤੇ ਉਹਨੇ ਸਾਨੂੰ ਠੰਡਕ ਦੇਣੀ ਸ਼ੁਰੂ ਕਰ ਦਿੱਤੀ। ਸਤ ਬਹੁਤ ਵੱਡੀ ਮਲਮ ਹੈ, ਸਤ ਬਹੁਤ ਵੱਡੀ ਔਸ਼ਧੀ ਹੈ। ਇਸ ਸੰਸਾਰ ਦੇ ਜੋ ਜਲਨ ਹੈ, ਜੋ ਝੂਠ ਹੈ, ਜਿਸ ਕਾਰਨ ਇਹ ਅੱਗ ਲੱਗੀ ਹੈ, ਉਹਨੂੰ ਬੁਝਾਉਣ ਵਾਸਤੇ ਆਓ। ਇਹ ਤੁਹਾਡਾ ਬੈਠਣ ਦਾ, ਸਤਸੰਗ ਨੂੰ ਪ੍ਰਾਪਤ ਕਰਨ ਦਾ ਪਹਿਲਾ ਹੁਕਮ ਹੈ ਸਤਿਪੁਰਸ਼ਾਂ ਦਾ। ਦੂਸਰਾ ਹੁਕਮ ਹੁਣ ਕੀ ਹੈ? ਜਦੋਂ ਸਤਸੰਗ ਕੋਈ ਸ਼ਰਵਣ ਕਰਦਾ ਹੈ, ਸਾਡੇ ਮਨ ਦੇ ਵਿੱਚ ਸੰਸਾਰਕ ਬੁੱਧੀ ਹੈ। ਇਹ ਸੰਸਾਰਕ ਬੁੱਧੀ ਜਿਹੜੀ ਹੈ, ਇਹਦੇ ਕਈ ਤਲ ਨੇ। ਸਮਝੋ, ਸਾਡੀ ਸੰਸਾਰਕ ਬੁੱਧੀ ਦੇ ਕਈ ਤਲ ਨੇ। ਇਹਨਾਂ ਤਲਾਂ ਦੀ ਜਿਹੜੀ ਗਹਿਰਾਈ ਹੈ ਉਹ ਬਹੁਤ ਡੂੰਘੀ ਹੈ। ਜਿਹੜੇ ਸਾਡੀ ਸੰਸਾਰਕ ਬੁੱਧੀ ਹੈ, ਇਹਦੇ ਕਈ ਤਲ ਨੇ। ਇਹ ਤਲਾਂ ਦੀ ਗਹਿਰਾਈ ਬਹੁਤ ਡੂੰਘੀ ਹੈ।
ਕਈ ਵਾਰੀ ਤੁਸੀਂ ਦੇਖਿਆ ਹੋਵੇਗਾ, ਕਿਸੇ ਸਤਿਪੁਰਸ਼ ਕੋਲ ਤੁਸੀਂ ਜਾਂਦੇ ਹੋ, ਤੁਸੀਂ ਸਾਲ 2 ਸਾਲ ਜਾਂਦੇ ਰਹਿੰਦੇ ਹੋ, ਤੁਹਾਨੂੰ ਉੱਥੇ ਕਈ ਵਾਰੀ ਇੱਕੋ ਹੀ ਬਚਨ ਦੁਹਰਾਇਆ ਜਾਂਦਾ ਹੈ। ਫਿਰ ਸਮਝੋ, ਉਹ ਤੁਹਾਨੂੰ ਕਈ ਵਾਰੀ ਸਤਸੰਗ ਦੇ ਵਿੱਚ ਇੱਕੋ ਬਚਨ ਨੂੰ ਦੁਹਰਾ ਦੁਹਰਾ ਕੇ ਤੁਹਾਨੂੰ ਸਮਝਾਉਣਾ ਕਰਦੇ ਨੇ। ਸਤਿਪੁਰਸ਼ਾਂ ਨੂੰ ਇਸ ਗੱਲ ਦਾ ਗਿਆਨ ਹੁੰਦਾ ਹੈ ਕਿ ਜਿਹੜਾ ਇਨਸਾਨ ਹੈ, ਇਹ ਸਤਸੰਗ ਉਪਰਲੀ ਬੁੱਧੀ ਨਾਲ, ਉਤਲੀ ਬੁੱਧੀ ਨਾਲ ਸਤਸੰਗ ਸੁਣਦਾ ਹੈ। ਜਦੋਂ ਉਪਰਲੀ ਬੁੱਧੀ ਦੇ ਵਿੱਚ ਸਤਸੰਗ ਚਲਾ ਜਾਂਦਾ ਹੈ, ਫਿਰ ਉਹ ਬਚਨ ਜਦੋਂ ਉਹਨੂੰ ਦੁਬਾਰਾ ਫਿਰ ਦੁਹਰਾਇਆ ਜਾਂਦਾ ਹੈ, ਤਾਂ ਉਹ 1-2 ਵਾਰੀ ਤੋਂ ਬਾਅਦ ਫਿਰ ਉਂਘਣਾ ਸ਼ੁਰੂ ਕਰ ਦਿੰਦਾ, ਉਹਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਏ। ਉਹ ਕਹਿੰਦਾ ਇਹ ਸਤਸੰਗ ਤਾਂ ਪਹਿਲਾਂ ਮੈਂ ਸੁਣਿਆ ਹੀ ਹੋਇਆ, ਇਹ ਬਚਨ ਤਾਂ ਮੈਂ ਸੁਣਿਆ ਹੀ ਹੋਇਆ, ਇਹਦਾ ਕੀ ਸੁਣਨਾ, ਇਹਦੇ ਅਰਥ ਤਾਂ ਮੈਨੂੰ ਆਉਂਦੇ ਹੀ ਨਹੀਂ। ਇੱਕ ਓੰਕਾਰ ਸਤਨਾਮ ਪਰਮਾਤਮਾ ਇੱਕ ਹੈ, ਸਤਨਾਮ ਉਹ ਸੱਚਾ ਹੈ, ਉਹ ਕਰਤਾ ਹੈ, ਉਹ ਸ੍ਰਿਸ਼ਟੀ ਦਾ ਕਰਨਹਾਰ ਹੈ, ਉਹ ਨਿਰਭਉ ਹੈ, ਕਿਸੇ ਤੋਂ ਡਰਦਾ ਨਹੀਂ, ਉਹ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਅਕਾਲ ਮੂਰਤ ਤੋਂ ਕਾਲ ਤੋਂ ਪਰੇ ਹੈ, ਉਹਨੂੰ ਸਮਾਂ ਖਾ ਨਹੀਂ ਸਕਦਾ। ਜਿਵੇਂ ਸੰਸਾਰ ਦੇ ਵਿੱਚ ਹਰ ਚੀਜ਼ ਜੋ ਪੈਦਾ ਹੋਈ ਹੈ ਉਹਨੇ ਖਤਮ ਹੋ ਜਾਣਾ ਹੈ, ਪਰ ਇੱਕ ਪਰਮੇਸ਼ਰ ਐਸਾ ਹੈ ਜਿਹਨੂੰ ਸਮਾਂ ਨਹੀਂ ਖਾਂਦਾ, ਜੋ ਕਾਲ ਤੋਂ ਪਰੇ ਹੈ। ਉਹ ਜੈਸਾ ਆਰੰਭ ਵਿੱਚ ਸੀ ਉਹੋ ਜਿਹਾ ਹੀ ਉਹਨੇ ਅੰਤ ਤੱਕ ਰਹਿਣਾ ਹੈ। ਜਦੋਂ ਅਸੀਂ ਵੇਖਦੇ ਹਾਂ ਉਹ ਉਹੋ ਜਿਹਾ ਨਿਤ ਨਵਾਂ ਨਰੋਆ ਹੈ। ਸਾਹਿਬ ਮੇਰਾ ਨੀਤ ਨਵਾਂ, ਉਹ ਨਵਾਂ ਹੈ, ਉਹ ਕਾਲ ਤੋਂ ਪਰੇ ਹੈ, ਅਜੂਨੀ। ਉਹ ਕਿਸੇ, ਭਾਵੇਂ ਉਹ ਘਟ ਵਿੱਚ ਵਸਿਆ ਹੋਇਆ ਹੈ, ਪਰ ਉਹ ਕਿਸੇ ਇੱਕ ਜੂਨੀ ਵਿੱਚ ਫਿਕਸ ਨਹੀਂ ਹੈ ਕਿ ਉਹਨੇ ਕਿਤੇ ਜਨਮ ਲੈ ਲਿਆ ਤੇ ਪਿੱਛੋਂ ਸੰਸਾਰ ਨੂੰ ਕੋਈ ਹੋਰ ਪਾਲਦਾ ਪਿਆ, ਐਸਾ ਨਹੀਂ ਹੈ। ਉਹ ਇੱਕ ਸ਼ਕਤੀ ਹੈ ਜਿਹੜੀ ਬ੍ਰਹਮ ਵਿੱਚ ਘਟ ਵਿੱਚ ਵਰਤਦੀ ਪਈ ਹੈ। ਸਹਿਪੰਗ, ਹਰ ਚੀਜ਼ ਨੂੰ ਬਣਾਉਣ ਵਾਲਾ ਕੋਈ ਨਾ ਕੋਈ ਮੇਕਰ ਹੈ, ਉਹਦਾ ਬਣਾਉਣ ਵਾਲਾ, ਉਹਦਾ ਕਾਰੀਗਰ ਹੈ। ਇੱਕ ਪਰਮੇਸ਼ਰ ਹੀ ਐਸਾ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ, ਤੇ ਪਰਮੇਸ਼ਰ ਨੇ ਸਾਨੂੰ ਸਭ ਨੂੰ ਬਣਾਇਆ। ਫਿਰ ਸਮਝੋ, ਸਹਿਪੰਗ, ਦੁਨੀਆ ਦੀ ਹਰ ਚੀਜ਼ ਕਿਸੇ ਨਾ ਕਿਸੇ ਨੇ ਬਣਾਈ ਹੈ। ਉਹ ਭਾਵੇਂ ਕੋਈ ਦੇਵ ਸ਼ਕਤੀ ਹੋਵੇ, ਉਹ ਭਾਵੇਂ ਕੋਈ ਇੰਜੀਨੀਅਰ ਹੋਵੇ, ਉਹ ਭਾਵੇਂ ਕੋਈ ਵਿਗਿਆਨੀ ਹੋਵੇ, ਉਹ ਭਾਵੇਂ ਕੋਈ ਬਲੀ ਹੋਵੇ ਤੇ ਭਾਵੇਂ ਯੋਧਾ ਹੋਵੇ, ਕਿਸੇ ਨਾ ਕਿਸੇ ਨੇ ਉਹ ਚੀਜ਼ ਬਣਾਈ ਹੈ। ਪਰ ਪਰਮਾਤਮਾ ਕਿਸੇ ਨੇ ਨਹੀਂ ਬਣਾਇਆ। ਪਰਮਾਤਮਾ ਆਪਣੇ ਆਪ ਤੋਂ ਪ੍ਰਕਾਸ਼ ਹੈ ਤੇ ਪਰਮਾਤਮਾ ਨੇ ਸਾਨੂੰ ਸਭ ਨੂੰ ਬਣਾਇਆ। ਭਾਵ ਬ੍ਰਹਿਮੰਡ ਦਾ ਰਚਨਹਾਰ ਪਰਮੇਸ਼ਰ ਹੈ, ਰੱਬ ਹੈ, ਖੁਦਾ ਹੈ। ਹੁਣ ਜਦੋਂ ਸਹਿਪੰਗ ਗੁਰਪ੍ਰਸਾਦ ਸਾਨੂੰ ਜੋ ਕੁਝ ਵੀ ਪ੍ਰਾਪਤ ਹੋ ਰਿਹਾ ਹੈ, ਜਨਮ ਤੋਂ ਲੈ ਕੇ ਮ੍ਰਿਤਿਉ ਤੱਕ ਸਾਨੂੰ ਜੋ ਕੁਝ ਵੀ ਪ੍ਰਾਪਤ ਹੁੰਦਾ ਹੈ, ਸਾਨੂੰ ਜੋ ਕੁਝ ਵੀ ਬਖਸ਼ਿਸ਼ਾਂ ਹੁੰਦੀਆਂ ਨੇ, ਸਾਨੂੰ ਸਵਾਸ ਤੋਂ ਲੈ ਕੇ, ਆਹਾਰ ਤੋਂ ਲੈ ਕੇ, ਸੰਸਾਰ ਵਿੱਚ ਜਿੰਨੀਆਂ ਵੀ ਦਾਤਾਂ ਮਿਲਦੀਆਂ ਨੇ, ਹਲੇ ਗੱਲ ਮੈਂ ਤੁਹਾਨੂੰ ਸਰੀਰ ਤੱਕ ਹੀ ਕਰਾਂਗਾ, ਅੱਗੇ ਆਤਮਾ ਦੀ ਫਿਰ ਕਰਾਂਗੇ। ਸਰੀਰ ਵਿੱਚ ਜਦੋਂ ਤੱਕ ਤੁਸੀਂ ਰਹਿੰਦੇ ਹੋ ਤੁਹਾਨੂੰ ਹਲੇ ਗਿਆਨ ਸਰੀਰ ਦਾ, ਆਤਮਾ ਦਾ ਨਹੀਂ ਹੈਗਾ। ਜਦੋਂ ਆਤਮਾ ਦਾ ਗਿਆਨ ਹੋ ਜਾਏਗਾ ਫਿਰ ਬਾਤ ਆਤਮਾ ਦੀ ਵੀ ਪਾਵਾਂਗੇ ਆਪਾਂ, ਫਿਰ ਗਿਆਨ ਆਤਮਾ ਦਾ ਵੀ ਲਵਾਂਗੇ। ਪਰ ਜਦੋਂ ਤੱਕ ਤੁਸੀਂ ਸਰੀਰ ਵਿੱਚ ਹੁੰਦੇ ਹੋ, ਜੋ ਵੀ ਤੁਹਾਨੂੰ ਪ੍ਰਾਪਤ ਹੋ ਰਿਹਾ ਹੈ ਉਹ ਸਾਰਾ ਗੁਰ ਪ੍ਰਸਾਦ ਹੈ। ਭਾਵ ਜੇ ਤੁਹਾਨੂੰ ਚੰਗਾ ਗਿਆਨ ਮਿਲ ਰਿਹਾ ਹੈ ਉਹ ਵੀ ਗੁਰ ਪ੍ਰਸਾਦ ਹੈ, ਜੇ ਤੁਹਾਨੂੰ ਚੰਗੀ ਵਿਦਿਆ ਮਿਲ ਰਹੀ ਹੈ ਉਹ ਵੀ ਗੁਰ ਪ੍ਰਸਾਦ ਹੈ, ਜੇ ਚੰਗਾ ਆਹਾਰ ਮਿਲ ਰਿਹਾ ਹੈ ਉਹ ਵੀ ਗੁਰ ਪ੍ਰਸਾਦ ਹੈ, ਚੰਗੀ ਹਵਾ ਮਿਲ ਰਹੀ ਹੈ ਉਹ ਵੀ ਗੁਰ ਪ੍ਰਸਾਦ ਹੈ। ਤੁਸੀਂ ਦੇਖਦੇ ਹੋ ਹੁਣ ਚੰਗੀ ਹਵਾ ਨਹੀਂ ਹੈਗੀ ਤੇ ਉਹ ਕੀ ਹੋ ਗਈ ਹੈ, ਜ਼ਹਿਰ ਬਣ ਗਈ ਹੈ। ਇੱਕ ਗੁਰ ਪ੍ਰਸਾਦ ਹੈ ਤੇ ਇੱਕ ਜ਼ਹਿਰ ਹੈ। ਗੁਰ ਪ੍ਰਸਾਦ ਜਦੋਂ ਤੱਕ ਮਿਲੇਗਾ ਤੁਸੀਂ ਵਧੋਗੇ, ਫੁੱਲੋਗੇ, ਆਬਾਦ ਹੋਵੋਗੇ, ਤੁਸੀਂ ਅੱਗੇ ਵੱਲ ਨੂੰ ਜਾਓਗੇ, ਚੰਗੇ ਵੱਲ ਨੂੰ ਜਾਓਗੇ, ਉੱਤਮ ਮਾਰਗ ਤੇ ਤੁਰੋਗੇ, ਚੰਗੇ ਲੋਕਾਂ ਨਾਲ ਤੁਹਾਡੇ ਸੰਬੰਧ ਬਣਨਗੇ ਤੇ ਤੁਹਾਨੂੰ ਵੀ ਲੋਕ ਚੰਗੇ ਕਹਿਣਗੇ। ਜਦੋਂ ਤੁਸੀਂ ਜ਼ਹਿਰ ਵੱਲ ਜਾਓਗੇ ਤੇ ਤੁਹਾਡੇ ਵਿੱਚ ਨੀਵਾਂਪਨ ਆ ਜਾਏਗਾ, ਖੜੋਤ ਆ ਜਾਏਗੀ। ਜ਼ਹਿਰ ਮੁਰਦਾ ਬਣਾਉਂਦੀ ਏ। ਜ਼ਹਿਰ ਭਾਵੇਂ ਕਿਸੇ ਤਰ੍ਹਾਂ ਦੀ ਵੀ ਹੋਵੇ, ਝੂਠ ਜ਼ਹਿਰ ਦਾ ਦੂਜਾ ਨਾਂ ਹੈ। ਜਦੋਂ ਝੂਠ ਦਾ ਸੰਗ ਕਰੋਗੇ
मुर्दे हो जाओगे, जहरीले हो जाओगे, मारे जाओगे। जदों सत दा संग करोगे अमृत हो जाओगे, तुहानू ये दुनियावी मौत भी मार ना सकेगी। तुहानू ये शरीर दे विचों श्वास निकलना मौत नहीं लगेगी। तुहानू ये गुर किरपा लगेगी, गुर बख्शिश लगेगी। जिन्हां ने गुर किरपा नाले शरीर छड़े, उन्हां दियां कहानियां, उन्हां दियां साखियां किते पढ़ के वेखो। मैं जे एक एक दी कहानी सुनावांगा बड़ा लम्मा समा लग जाएगा। असी गल कोई होर करनी है, उस गल वाल साडा फिर समा नहीं बचेगा। तुसी देखदे हो जिन्हां दा गुरु किरपा नाले संसार छड्डिया, जिन्हां अमृत नूं प्राप्त करके मृत्यु नूं छड्डिया, मृत्यु नूं जितिया, इस संसार छड्डिया, उन्हां दियां कहानियां कुछ होर ही बयान करदियां ने। ते मुर्दे तां तुसीं दिहाड़ी विच बड़े वेखदे हो, अखबारां भरियां पईयां ने, इन्ने फलानी जगह ते मर गए, इन्ने एक्सीडेंट, इन्ने भुचाल च मर गए। ये तां तुसीं देखदे ही पए हो भी जिहड़े जहरीले हो के मर गए, उन्हां दा ते जिहड़े गुरु किरपा च गुरु बख्शिश नाल जिन्हां संसार छड्डिया, जिन्हां ने अमृत रूप विच संसार छड्डिया, वो कहानी वखरी है। चलो ये सारा ज्ञान तुसी बहुत वारी लिया, तुसी कदे सोचिया भी ये जिहड़ा ज्ञान तां सानू प्राप्त हो गया, ये असीं बड़ी वारी देख लिया कि करता पुरख परमात्मा है। करता करे सो होए, जो करता करेगा वही होएगा। फिर मेरा मन इस गल च क्यों चंचल है? मेरा मन क्यों अपने अपने दिमाग दे घर बनाई जांदा है ते आपे ढाई जांदा है? गौर करो, विचार करो कि जदों परमात्मा ये गल कह रहे, असीं हज़ारां सतसंगां च ये गल सुन चुके हैं। देखो कई बारी मास्टर पढ़ाउण वाला होवे, बच्चे नलायक होण ते कई बारी डांट मास्टर नूं भी पै जांदी है। पर चंगा मास्टर कदी अपनी जिम्मेवारी तो नहीं भजदा। वो कहंदा जी मेरे पढ़ाउण विच कमी रह गई होनी है, जे मेरे स्कूल दे बच्चे, मेरे क्लास दे बच्चे कोई गलती कर रहे ने, इहदे मेरे पढ़ाउण च किते जरूर कोई ना कोई कमी होई। इस करके तुसी ध्यान नाल गल समझो, उहदे च तुहाडी भी उस्तत है, उहदे विच साडी भी उस्तत है, ते उहदे विच परमात्मा अकाल पुरख दी भी उस्तत है। तुसी कौन हो? तुसी रब ही हो, तुसी परमेश्वर हो, तुहाडे च मालक दी जोत है। तुसी जदों तक अपने आप नूं परमात्मा नालों वखरा समझदे रहोगे, उदों तक तुसी गलतियां करदे रहोगे। जदों तक भगवान दे हुक्म नूं, भगवान दी मेहर नूं, भगवान दी बख्शिश नूं, ब्रह्म दी बख्शिश नूं तुसी नहीं समझोगे, नहीं मानोगे, उहदे नाल भेद नहीं होगे, उहदे ते भरोसा नहीं करोगे, उदों तक तुहाडे तो कोई ना कोई कोताही होएगी। तुसी की करनी है, साडे तो भी होएगी। जदों असीं ब्रह्म दे नियम नूं समझ लांगे, जदों असीं ब्रह्म दी बात नूं समझ लांगे, फिर साडे तो परमात्मा कोताही नहीं होण दिंदा, फिर अगे आके खलो जांदा। पर जे उहदे बावजूद भी फिर कोई अगे लंघदा है, उहदा इशारा, उहदा मैसेज नहीं समझदा, फिर जो करदा, जो बीजदा वो वढ लैंदा। ये तां तुहानूं भी पता, कोई समझाउण दी लोड़ नहीं, तुसीं सियाणे हो। पर असीं नुकता किहड़ा फड़ना है? असीं ये नुकता फड़ना है कि सानू इन्ना ज्ञान, असीं हर सत्संग दे विच एक बचन वार-वार सुणदे आ, कहंदे आ, सारी गुरबाणी इस गल नाल तुहानू सहमत करा रही है, ज्ञान दे रही है। वेद ते शास्त्र भी तुहानू ये गल कह रहे ने, करता करे सो होए। प्राणी तू आयो लाहा लैण, लगा कित को फकड़े सब मुकदी चली रहन। किहड़ियां झगड़ियां झमेलियां च पै गए, जीवन गवाई जाना। जिस काम लई आया सी वो तां तेरा काम आरंभ नहीं होया, ते संपूर्णता कित्थों होएगी? इन्ने संत महात्मा, पूरा ब्रह्मंड तुहाडी मदद करन नूं तैयार है कि बंदिया तू एक बारी गल तां सुन। पर तुहाडी जिहड़ी अंदर सोच है, उहदे बाहर एक कोट है,
कोट समझदे हो, किला, वो किला है। उस किले दे बाहर एक बहुत वड्डी दीवार है। उस दीवार नाल जदों ये 7 वचन टकरा जांदा है, वो दीवार अपने आप नूं तुहाडे शरीर दा मालक समझी बैठी है। गल बड़े ध्यान नाल समझ लेना, जे तुहाडे नुकता समझ आ गया, जिवें सतपुरुषां ने सानू समझा दिता, साडे गल अंदर तक चली गई, गल बन गई, तुहाडे भी चली जाएगी, गल बन जाएगी। तुहाडी सुरत दे बाहर एक कोट है, एक कोट बहुत वड्डी दीवार है। वो दीवार अपने आप नूं बुद्धि समझी बैठी है। वो दीवार अपने आप नूं इस शरीर दा मालक समझी बैठी है, सारा करता धरता समझी बैठी है। जदों तुहाडे कन्नां राहीं ओनूं ये बचन पता लगदा है, ओनूं बचन ये सुणदी है, सत्संग सुणदा है, उदों वो समझ लैंदी है हाँ झूठ बोलना पाप है, गुनाह नहीं करना, बंदगी करनी है, बंदा नाम जपन लिए आया है, होर नाल कुछ नहीं जाना। ये सब बंदियां नूं पता है, सब नूं पता है, पर उहदे बावजूद भी गुनाह क्यों हो रहा है? विचार करो, उस तो बावजूद भी गुनाह क्यों हो रहा है? क्योंकि जिथों गुनाह हो रहा है उथे तक तां बात जा ही नहीं रही, उथे तक तां गल जा ही नहीं रही। हुण रोजाना सत्संग करन दा मतलब की है? गुरबाणी दे विच इक्को जे कई शब्द ने जिन्हां दे भाव अर्थ इक्को जे ने। कि गुरु साहब अनजान सी? वो एक एक शब्द नूं इन्नी इन्नी वार उन्होंने क्यों लिखिया? उन्हां दा भाव अर्थ इक्को ही है। वेदां ते शास्त्रां दे विच इक्को गल नूं पता नहीं किन्नी किन्नी वारी दोहराया गया, पर कारण उदों बंदा खोजदा है जदों ओदी रुचि होवे। जेड़ी पढ़ाई करनी होवे, बंदा उस पढ़ाई दे सारे जिन्ने फायदे होने वाले ने, नौकरी लगन तक दे फायदे लभ लैंदा है। भी जे रिटायर होवांगा ते इहदे मैनू पैसे किन्ने मिलणगे, मेरी पेंशन किन्नी होएगी इस महकमे च। ते फिर वो जदों उस रुचि नाल पढ़ाई करदा है, तुसीं देखिया बड़े छोटे छोटे स्कूलों च पढ़ के बच्चे जज बन जाते हैं, वड्डे वड्डे स्कूलों के बच्चे आपदे अधिकारां दी राखी तक नहीं कर सकते, अपने घर दे फैसले नहीं होंदे उन्हां तों। गल रुचि दी है, गल तुहाडे इंटरस्ट दी है, गल तुहाडी खिच दी है। तुसीं सत्संग किस खिच नाल सुन रहे हो? तुसी सत नूं काहदे वास्ते धारण कर रहे हो? कि टाइम पूरा कर रहे हो? कि तुसी इहनूं रस्मी तौर ते ले रहे हो, सिर्फ 1 घंटा बहना असी? कि असी किसी दी खुशी वास्ते कर रहे हैं? कि दुनियावी खुशी लैण वास्ते कर रहे हैं? कि ये किसी दी असी वाह वाह लैनी है, या इहदा कोई होर मनोरथ है? बहुत सारे होर मनोरथ भी हो सकते ने, जेड़े समय की घट करके आप नहीं बयान कर सकते। पर नुकते ते आओ। हुण जेड़ा ओ कोट है, इउं जानो मालक रहिंदा है किले दे अंदर, उहदे बाहर एक चौकीदार खड़ा है। वो चौकीदार उहनूं आके कह जांदा है, चौकीदार नूं इन्नी आवाज दित्ती जांदी है, कोई समझाउण वाला संत महात्मा आउंदा है, ग्रंथ आउंदा है, बाणी आउंदी है, जां मान लो अंबर तो उतों एक आवाज आउंदी है, भाई क्रोध करना बुरा है, क्रोध साड़ दिंदा है। ते चौकीदार कहंदा है जी 7 वचन। पर जदों क्रोध आउंदा है, उदों आउंदा कित्थे? अंदरों उस किले दे विच जिहड़ा राजा बैठा है ओनू। वो जदों आउंदा है, वो उदों ओदी बाहर वाले दी सुनदा तक नहीं, गेट खुल जांदे ने, बाहर आउंदा ठा ठा करके अपना गुस्सा कढ के बंदे मार के फिर अंदर चला जांदा है।
ਤੇ ਬਾਹਰ ਵਾਲੇ ਬੰਦੇ ਨੂੰ ਫਿਰ ਆਵਾਜ਼ ਆਉਂਦੀ ਹੈ ਕ੍ਰੋਧ ਕਰਨਾ ਬੁਰਾ ਹੈ, ਉਹ ਫਿਰ ਕਹਿ ਦਿੰਦਾ ਹਾਂ ਜੀ ਬੁਰਾ ਹੈ। ਕਿਉਂਕਿ ਕ੍ਰੋਧ ਨੂੰ ਸ਼ਾਂਤ ਕਰਨਾ ਉਹ ਬਾਹਰ ਵਾਲੇ ਦਾ ਕੰਮ ਹੀ ਨਹੀਂ। ਨੁਕਤੇ ਤੇ ਆਵਾਂ, ਕ੍ਰੋਧ ਨੂੰ ਖਤਮ ਕਰਨਾ ਉਹ ਬਾਹਰ ਵਾਲੇ ਦਾ ਕੰਮ ਹੀ ਨਹੀਂ। ਉਹ ਕੰਧਾਂ ਨਾਲ ਆਵਾਜ਼ ਟਕਰਾ ਟਕਰਾ ਕੇ ਵਾਪਸ ਆਈ ਜਾਂਦੀ ਏ। ਉਹ ਕੰਧਾਂ ਨੂੰ ਬੜਾ ਗਿਆਨ ਹੋ ਗਿਆ ਹੈ, ਉਹਨਾਂ ਨੂੰ ਤੁਸੀਂ ਕੋਈ ਵੀ ਗੱਲ ਸੁਣਾਓ ਉਹ ਤੁਹਾਡੇ ਨਾਲੋਂ ਜ਼ਿਆਦਾ ਵਿਦਵਾਨ ਹੋ ਗਈਆਂ ਨੇ ਉਹ ਕੰਧਾਂ। ਇਵੇਂ ਹੀ ਮਨੁੱਖ ਦਾ ਮਨ, ਅੱਜ ਤੁਸੀਂ ਕਿਸੇ ਨੂੰ ਪੁੱਛ ਲਓ, ਉਹਨੂੰ ਇੰਨਾ ਗਿਆਨ ਹੈ ਉਹ ਝੱਟ ਤੁਹਾਨੂੰ ਅੱਗੋਂ 10 ਹੋਰ ਸੁਣਾ ਦੇਗਾ, ਮੈਨੂੰ ਇਸ ਤੋਂ ਅੱਗੇ ਵੀ ਪਤਾ ਹੈ। ਕਿਉਂ? ਕਿਉਂਕਿ ਜਿਹੜੀ ਬਾਹਰਲੀ ਸਤਹ ਹੈ ਉਹਨੂੰ ਗਿਆਨ ਪੂਰਾ ਹੋ ਗਿਆ। ਲੇਕਿਨ ਇਹ ਜਿੰਨਾ ਵੀ ਗਿਆਨ ਤੁਸੀਂ ਬਾਹਰੋਂ ਦੇ ਰਹੇ ਹੋ, ਜਿਹੜਾ ਦੁਨਿਆਵੀ ਗਿਆਨ ਹੈ, ਇਹ ਅੰਦਰ ਨਹੀਂ ਹੈਗਾ, ਇਹ ਅੰਦਰ ਨਹੀਂ ਹੈਗਾ। ਇਸ ਕਰਕੇ ਇਹਦਾ ਵਿਰੋਧ ਨਹੀਂ ਹੁੰਦਾ। ਤੁਸੀਂ ਬਾਹਰੋਂ ਬੱਚੇ ਨੂੰ ਸਿਖਾ ਦਿੰਦੇ ਹੋ 2 ਦੂਣੀ 4, 2 ਤੇ 2 4 ਹੁੰਦੇ ਨੇ, ਬੱਚਾ ਸਿੱਖ ਲੈਂਦਾ 2 ਤੇ 2 4 ਹੁੰਦੇ ਨੇ, ਕੋਈ ਟਕਰਾਅ ਨਹੀਂ ਹੈ, ਕਿਉਂਕਿ ਅੰਦਰ ਇਹ ਚੀਜ਼ ਹੈਗੀ ਨਹੀਂ। ਤੁਸੀਂ ਜੋ ਬਾਹਰੋਂ ਪੜ੍ਹਾ ਦਿੱਤਾ ਉਹ ਬੱਚੇ ਨੇ ਪੜ੍ਹ ਲਿਆ। ਤੁਸੀਂ ਕਹਿਤਾ ਸੇਬ ਨੂੰ ਐਪਲ ਕਹਿੰਦੇ ਨੇ ਅੰਗਰੇਜ਼ੀ 'ਚ, ਬੱਚੇ ਨੇ ਸਿੱਖ ਲਿਆ, ਕਿਉਂਕਿ ਅੰਦਰ ਇਹੋ ਜਿਹੀ ਕੋਈ ਭਾਸ਼ਾ ਨਹੀਂ ਹੈਗੀ, ਉਹਨੇ ਉਹੀ ਸਿੱਖ ਲਿਆ। ਉਹਨੇ ਕਿਹਾ ਠੀਕ ਹੈ ਸੇਬ ਨੂੰ ਅੰਗਰੇਜ਼ੀ 'ਚ ਐਪਲ ਕਹਿੰਦੇ ਨੇ, ਉਹਨੇ ਐਪਲ ਸਿੱਖ ਲਿਆ, ਕੋਈ ਟਕਰਾਅ ਨਹੀਂ ਹੈਗਾ। ਤੁਸੀਂ ਜੰਮਦੇ ਬੱਚੇ ਨੂੰ ਕੋਈ ਭਾਸ਼ਾ ਪੜ੍ਹਾ ਲਓ, ਉਹਨੂੰ ਉਹ ਭਾਸ਼ਾ ਦੇ ਵਿੱਚ ਢਾਲ ਲਓ, ਉਹ ਉਹੀ ਭਾਸ਼ਾ ਸਿੱਖ ਜਾਏਗਾ, ਭਾਵੇਂ ਜੰਮਿਆ ਕਿਤੇ ਹੋਵੇ। ਤੁਸੀਂ ਇੱਕ ਬੰਦੇ ਦੇ ਸਾਹਮਣੇ ਕਦੇ ਕੋਈ ਸ਼ਬਦ ਨਾ ਬੋਲੋ, ਕੋਈ ਭਾਸ਼ਾ ਨਾ ਬੋਲੋ, ਉਹਨੂੰ ਕੋਈ ਭਾਸ਼ਾ ਨਹੀਂ ਆਏਗੀ, ਉਹਦੇ ਅੰਦਰ ਭਾਸ਼ਾ ਹੈਗੀ ਨਹੀਂ, ਕੋਈ ਟਕਰਾਅ ਨਹੀਂ। ਪਰ ਜਦੋਂ ਤੁਸੀਂ ਕਹੋਗੇ ਕ੍ਰੋਧ ਕਰਨਾ ਗਲਤ ਹੈ, ਅੰਦਰ ਕ੍ਰੋਧ ਹੈਗਾ, ਪਰ ਤੁਸੀਂ ਬਾਹਰੋਂ ਜਿੰਨਾ ਮਰਜ਼ੀ ਰੋਲਾ ਪਾਈ ਜਾਓ ਕ੍ਰੋਧ ਕਰਨਾ ਗਲਤ ਹੈ, ਪਰ ਜਦੋਂ ਅੰਦਰਲਾ ਕ੍ਰੋਧ ਨਿਕਲੇਗਾ ਉਹਨੂੰ ਬਾਹਰ ਵਾਲਾ ਗਿਆਨ ਰੋਕ ਨਾ ਪਾਏਗਾ। ਤੁਸੀਂ ਕਹੋ ਕਾਮ ਮਾੜਾ ਹੈ, ਹੁਣ ਇੱਕ ਬੱਚੇ ਨੂੰ ਤੁਸੀਂ ਜੰਗਲ 'ਚ ਲੈ ਜਾਓ, ਕੋਈ ਵਿਦਿਆ ਨਾ ਦਿਓ, ਉਹ ਜਦੋਂ 20-22 ਸਾਲ ਦਾ ਹੋਏਗਾ ਕਾਮ ਉਹਦੇ ਅੰਦਰੋਂ ਆਪਣੇ ਆਪ ਪੈਦਾ ਹੋ ਜਾਏਗਾ, ਉਹਨੂੰ ਸਿਖਾਉਣ ਦੀ ਲੋੜ ਨਹੀਂ। ਕ੍ਰੋਧ ਉਹਦੇ ਅੰਦਰੋਂ ਆਪੇ ਪੈਦਾ ਹੋ ਜਾਏਗਾ, ਮੋਹ ਉਹਦੇ ਅੰਦਰੋਂ ਆਪੇ ਪੈਦਾ ਹੋ ਜਾਏਗਾ, ਲੋਭ ਉਹਦੇ ਆਪੇ ਅੰਦਰੋਂ ਪੈਦਾ ਹੋ ਜਾਏਗਾ। ਇਹ 5 ਤੱਤ ਤੁਹਾਡੇ ਅੰਦਰ ਮੌਜੂਦ ਨੇ। ਇਹ ਜਿਸ ਤਰ੍ਹਾਂ ਤੁਸੀਂ ਬਾਹਰੋਂ ਕੇਵਲ ਗਿਆਨ ਨਾਲ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਹੋ, ਇਹ ਸਤਿਪੁਰਸ਼ਾਂ ਦੀ ਕਿਰਪਾ ਬੋਲ ਰਹੀ ਹੈ। ਜਿਵੇਂ ਤੁਸੀਂ ਗਿਆਨ ਨਾਲ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਹੋ, ਕੇਵਲ ਗੱਲਾਂ ਬਾਤਾਂ ਨਾਲ ਸਮਝਾ ਕੇ, ਜੇ ਤੁਹਾਡੇ ਕੋਲ ਦੁਨੀਆ ਦਾ ਕਿੰਨਾ ਸਮਾਂ ਹੋ ਗਿਆ, ਕਿਸੇ ਨੂੰ 20 ਸਾਲ ਹੋ ਗਏ ਨੇ ਦੁਨੀਆ ਤੇ ਆਏ ਨੂੰ, ਕਿਸੇ ਨੂੰ 50 ਹੋ ਗਏ, ਕਿਸੇ ਨੂੰ 60 ਹੋ ਗਏ, ਕਿਸੇ ਨੂੰ 70 ਹੋ ਗਏ। ਚਲੋ ਕਿਸੇ ਨੇ ਧਾਰਮਿਕ ਪੜ੍ਹਾਈ ਪੜ੍ਹੀ ਹੋਣੀ ਹੈ, ਕਿਸੇ ਨੇ ਨਹੀਂ ਪੜ੍ਹੀ, ਪਰ ਤੁਸੀਂ ਉਹਨਾਂ ਨੂੰ ਲੈ ਲਓ ਜਿਨ੍ਹਾਂ ਨੇ ਪੜ੍ਹੀ ਹੈ, ਵੇਖੋ ਉਹਨਾਂ ਦਾ ਕ੍ਰੋਧ ਖਤਮ ਹੋ ਗਿਆ, ਉਹਨਾਂ ਦਾ ਲੋਭ ਖਤਮ ਹੋ ਗਿਆ, ਉਹਨਾਂ ਦਾ ਕਾਮ ਖਤਮ ਹੋ ਗਿਆ। ਕੇਵਲ ਗਿਆਨ ਨਾਲ ਖਤਮ ਹੋ ਗਿਆ? ਨਹੀਂ ਹੋਇਆ। ਜਦੋਂ ਉਹਨਾਂ ਨੇ ਸਾਰਾ ਜੀਵਨ ਵਿਦਿਆਲਿਆਂ ਵਿੱਚ ਲਾ ਦਿੱਤਾ ਪੜ੍ਹ ਪੜ੍ਹ ਕੇ, ਤੁਸੀਂ ਤਾਂ ਘੰਟਾ ਅੱਧਾ ਘੰਟਾ ਸਤਸੰਗ ਸੁਣਦੇ ਹੋ, ਤੇ ਤੁਹਾਡਾ ਉੱਥੇ ਵਜੂਦ ਕੀ ਰਹਿ ਗਿਆ? ਤੁਹਾਨੂੰ ਇੰਨਾ ਸਮਝਾਉਣੇ ਆ, ਸਮਝਾਉਣ ਦੇ ਬਾਵਜੂਦ ਵੀ ਗੱਲ ਅੰਦਰ ਨਹੀਂ ਵੜਦੀ। ਪੁੱਛਿਆ ਅਸੀਂ ਪਰਮਾਤਮਾ ਨੂੰ, ਮਾਲਕਾ ਇੰਨਾ ਜ਼ੋਰ ਲਾਉਨੇ ਆ ਅਸੀਂ, ਸੰਤ ਵੀ ਸਮਝਾਉਂਦੇ, ਮਹਾਤਮਾ ਵੀ ਸਮਝਾਉਂਦੇ ਐ, ਫਿਰ ਵੀ ਬਚਨ ਅੰਦਰ ਕਿਉਂ ਨਹੀਂ ਜਾਂਦਾ ਪਿਆ? ਇੱਕੋ ਗਲਤੀ ਵਾਰ-ਵਾਰ ਕਿਉਂ ਹੁੰਦੀ ਏ ਸਾਡੇ ਤੇ ਸਾਰਿਆਂ ਤੋਂ? ਸੰਸਾਰ ਤੋਂ ਗਲਤੀ ਕਿਉਂ ਹੁੰਦੀ ਓ? ਪਰਮਾਤਮਾ ਨੇ ਕਿਹਾ ਪੁੱਤਰ, ਇਹ ਦਿਮਾਗ ਦੀਆਂ ਸਤਾ ਨੇ, ਜਦੋਂ ਤੱਕ ਅੰਦਰ ਵਾਲੀ ਸਤਾ ਤੱਕ ਨਹੀਂ ਜਾਓਗੇ, ਜਦੋਂ ਤੱਕ ਪੰਚਾਂ ਕਾਗੁਰ ਏਕ ਧਿਆਨ ਤੱਕ ਨਹੀਂ ਜਾਓਗੇ, ਜਦੋਂ ਤੱਕ ਕੋਈ ਸਤਿਗੁਰੂ ਕਿਸੇ ਸੰਤ ਮਹਾਤਮਾ ਨੂੰ ਪੂਰੇ ਨੂੰ, ਜਿਨੇ ਆਪਣੇ ਅੰਦਰ ਜਾ ਕੇ
ਇਹ ਕਿਲੇ ਨੂੰ ਸਰ ਕਰ ਲਿਆ ਹੋਵੇ, ਸਰ ਸਮਝਦੇ ਹੋ, ਜਿੱਤ ਲਿਆ ਹੋਵੇ। ਜਿਹੜਾ ਅੰਦਰ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦਾ ਵਾਰਿਸ ਬੈਠਾ ਹੈ, ਮੰਨ ਲਓ 7 ਦੀਵਾਰਾਂ ਬਣੀਆਂ ਕਿਲੇ ਦੀਆਂ, ਉਹਨਾਂ 7 ਦੀਵਾਰਾਂ ਦੇ ਵਿੱਚ ਇੱਕ ਛੋਟੀ ਕੋਠੜੀ ਬਣੀ ਹੈ ਤੇ ਉਸ ਕੋਠੜੀ ਦੇ ਵਿੱਚ ਇਹ ਸਾਰਾ ਕੁਝ ਹੈ। ਉਹਨਾਂ ਨੂੰ ਵਰਤਣ ਵਾਲਾ ਇੱਕ ਰਾਜਾ ਹੈ, ਰਾਜਾ ਕਹਿ ਲੋ ਜਾਂ ਉਸ ਕਿਲੇ ਦਾ ਮਾਲਕ ਕਹਿ ਲੋ। ਉਹ ਬਾਹਰਲੀਆਂ ਦੀਵਾਰਾਂ ਨਾਲ ਗਿਆਨ ਟਕਰਾ ਕੇ ਬਾਹਰ ਚਲਾ ਜਾਂਦਾ ਹੈ। ਪਹਿਰੇਦਾਰਾਂ ਨੂੰ ਸਾਰੇ ਲੋਕ ਸਮਝਾ ਜਾਂਦੇ ਨੇ, ਸਤਸੰਗ ਵੀ ਪਹਿਰੇਦਾਰ ਸੁਣ ਲੈਂਦੇ ਨੇ, ਗ੍ਰੰਥ ਵੀ ਪਹਿਰੇਦਾਰ ਪੜ੍ਹ ਲੈਂਦੇ ਨੇ, ਪਰ ਜਦੋਂ ਅੰਦਰੋਂ ਕ੍ਰੋਧ ਉੱਠਦਾ ਹੈ ਉਦੋਂ ਰਾਜਾ ਉਹਨਾਂ ਪਹਿਰੇਦਾਰਾਂ ਨੂੰ ਪੁੱਛਦਾ ਵੀ ਨਹੀਂ। ਤੁਸੀਂ ਦੱਸੋ, ਤੁਹਾਡੇ ਅੰਦਰੋਂ ਜਦੋਂ ਕ੍ਰੋਧ ਉੱਠਦਾ ਹੈ, ਕਾਮ ਉੱਠਦਾ ਹੈ, ਜਿਹੜਾ ਬਾਹਰੀ ਗਿਆਨ ਹੁੰਦਾ ਹੈ, ਤੁਹਾਨੂੰ ਕੋਈ ਫਾਇਦਾ ਦਿੰਦਾ ਵੀ ਫਲਾਣੇ ਸੰਤਾਂ ਨੇ ਕਿਹਾ ਸੀ ਕ੍ਰੋਧ ਨਹੀਂ ਕਰਨਾ ਪੁੱਤਰ, ਅੱਜ ਰਹਿਣ ਦੇ, ਅੱਜ ਨਾ ਲੜ। ਜਾਂ ਉਦੋਂ ਪੁੱਤਰ ਨੂੰ ਇਹ ਗਿਆਨ ਹੁੰਦਾ, ਤੁਹਾਨੂੰ ਆਪ ਨੂੰ ਗਿਆਨ ਹੁੰਦਾ ਜਦੋਂ ਤੁਹਾਡਾ ਮਨ ਦੇ ਅੰਦਰੋਂ ਕ੍ਰੋਧ ਬਾਹਰ ਆਉਂਦਾ, ਦਿਲ ਦੁਖੀ ਹੁੰਦਾ ਹੈ, ਤੁਹਾਨੂੰ ਉਦੋਂ ਇਹ ਪਤਾ ਹੁੰਦਾ ਵੀ ਅਸੀਂ ਸੰਤਾਂ ਦਾ ਸਤਸੰਗ ਸੁਣਦੇ ਹਾਂ ਤੇ ਸਤਸੰਗ ਵਿੱਚ ਇਹ ਕਿਹਾ ਜਾਂਦਾ ਕ੍ਰੋਧ ਨਹੀਂ ਕਰਨਾ। ਨਹੀਂ ਨਹੀਂ ਨਹੀਂ, ਮੇਰਾ ਖੁਦ ਦਾ ਤਜਰਬਾ ਹੈ। ਉਦੋਂ ਇਹ ਬਚਨ ਯਾਦ ਤੱਕ ਨਹੀਂ ਹੁੰਦੇ, ਪਰ ਯਾਦ ਰੱਖਣਾ ਇਹ ਆਕਰਮਣ ਉਦੋਂ ਤੱਕ ਹੁੰਦਾ ਰਹੇਗਾ ਜਦੋਂ ਤੱਕ ਤੁਸੀਂ ਉਸ ਜਗ੍ਹਾ ਤੇ ਨਹੀਂ ਪਹੁੰਚਦੇ ਜਿੱਥੇ ਇਹ ਪੰਜੇ ਵਿਕਾਰ ਬੈਠੇ ਨੇ। ਇਹ ਤੁਹਾਡੇ ਅੰਦਰ ਦਾ ਸੁਭਾਅ ਹੈ, ਜੋ ਤੁਸੀਂ ਜਨਮ ਜਨਮ ਦੀ ਤੁਹਾਡੀ ਕਮਾਈ ਹੈ, ਜੋ ਤੁਹਾਡੇ ਨਾਲ ਜਨਮੀ ਹੈ, ਜਿਨੇ ਤੁਹਾਡੇ ਨਾਲ ਜਨਮ ਲਿਆ। ਸਤਿਗੁਰ ਕਹਿੰਦੇ ਨੇ ਕਿ ਇੱਕ ਮੈਲ ਹੈ, ਇੱਕ ਬੁਰਾਈ ਹੈ, ਇੱਕ ਝੂਠ ਹੈ, ਇਹ ਤੇਰਾ ਕਮਾਇਆ ਹੋਇਆ ਜੋ ਬੀਜਿਆ ਸੋ ਲਾਉਣਾ, ਕਰਮਾ ਸੰਦੜਾ ਖੇਤ, ਇਹ ਤੂੰ ਕਿਸੇ ਨਾ ਕਿਸੇ ਦਿਨ ਬੀਜਿਆ ਸੀ, ਉਹ ਤੇਰੇ ਪੱਲੇ ਵੱਜਿਆ ਹੋਇਆ। ਇਹ ਮਨ ਕਾਲਾ ਸ਼ਾਹ ਹੋਇਆ ਪਿਆ, ਇਹਨੂੰ ਮੈਲ ਲੱਗੀ ਏ, ਇਹ ਕਾਲਾ ਹੋਇਆ ਪਿਆ, ਇਹਦੇ ਤੇ ਕੋਈ ਅਸਰ ਨਹੀਂ ਹੁੰਦਾ। ਫਿਰ ਸਤਿਪੁਰਖ ਬਖਸ਼ਿਸ਼ ਕਰਦੇ ਹੈ, ਕਿਰਪਾ ਕਰਦੇ ਹੈ, ਦਇਆ ਕਰਦੇ ਹੈ, ਮਿਹਰ ਕਰਦੇ ਹੈ। ਉਹ ਇਹ ਗੱਲ ਜਾਣਦੇ ਹੈ, ਉਹ ਇਹ ਗੱਲ ਜਾਣਦੇ ਹੈ ਜਿਵੇਂ ਸੋਨੇ ਨੂੰ ਅਸਲੀ ਰੂਪ ਲਿਆਉਣ ਵਾਸਤੇ ਕਈ ਤਰ੍ਹਾਂ ਦੀ ਮਿਹਨਤ ਕਰਨੀ ਪੈਂਦੀ ਹੈ। ਪਹਿਲਾਂ ਮਿੱਟੀ ਚੋਂ ਖੋਜਣਾ ਪੈਂਦਾ, ਪਹਿਲਾਂ ਸੰਤ ਤੁਹਾਨੂੰ ਸੰਸਾਰ ਚੋਂ ਲੱਭਦੇ ਆ ਹੀਰਿਆਂ ਨੂੰ। ਹਰ ਇੱਕ ਬੰਦਾ ਸਤਸੰਗ ਦਾ ਅਧਿਕਾਰੀ ਨਹੀਂ ਹੈ ਪਿਆਰਿਓ, ਇਹ ਗੱਲ ਯਾਦ ਰੱਖਣਾ। ਹਰ ਇੱਕ ਬੰਦਾ ਅਧਿਕਾਰੀ ਨਹੀਂ ਹੈ ਸਤਸੰਗ ਦਾ। 2-4 ਮਿੰਟ 10 ਮਿੰਟ ਕੋਈ ਸੁਣੇਗਾ, ਦੇਖਣਾ, ਉਸੇ ਟਾਈਮ ਉਂਗਲ ਮਾਰ ਕੇ ਅੱਗੇ ਕਰ ਦੇਗਾ। ਉਹਦੇ ਭਾਗਾਂ 'ਚ ਨਹੀਂ ਹੈ, ਉਹਦੇ ਕਰਮਾਂ 'ਚ ਨਹੀਂ ਹੈ, ਉਹ ਅਧਿਕਾਰੀ ਨਹੀਂ ਹੈ। ਹਲੇ ਉਹਦੇ ਭਾਗ ਨਹੀਂ ਖੁੱਲੇ, ਹਲੇ ਉਹ ਕਿਸੇ ਸਤਿਪੁਰਖ ਦੀ ਸ਼ਰਨ ਵਿੱਚ ਨਹੀਂ ਆਇਆ, ਕਿਸੇ ਦ੍ਰਿਸ਼ਟੀ 'ਚ ਨਹੀਂ ਆਇਆ। ਜਦੋਂ ਕੋਈ ਮਹਾਤਮਾ ਦੀ ਦ੍ਰਿਸ਼ਟੀ 'ਚ ਆ ਜਾਂਦਾ, ਕਿਸੇ ਤਰੀਕੇ ਹੀ ਆ ਜਾਏ। ਅੱਜ ਦੁਪਹਿਰੇ ਬਚਨ ਕਰ ਰਹੇ ਸਾਂ, ਪਰਮਾਤਮਾ ਖੁਦਾ ਰੱਬ ਬੜੇ ਤਰੀਕਿਆਂ ਨਾਲ ਸੰਸਾਰ ਵਿੱਚ ਵਰਤਦਾ, ਬੜੇ ਤਰੀਕਿਆਂ ਨਾਲ ਵਰਤਦਾ। ਕਿਤੇ ਪ੍ਰਤੱਖ ਵਰਤਦਾ, ਕਿਤੇ ਗੁਪਤ ਵਰਤਦਾ, ਕਿਤੇ ਕੁਦਰਤ 'ਚ ਵਰਤਦਾ। ਉਹਦਾ ਕੋਈ ਪਾਰਾਵਾਰ ਨਹੀਂ ਹੈਗਾ, ਉਹਨੇ ਕਿਵੇਂ ਵਰਤ ਜਾਣਾ ਹੈ। ਤੁਹਾਡੇ ਭਾਗਾਂ ਦੇ ਵਿੱਚ ਚੰਗੀ ਘੜੀ ਕਦੋਂ ਆ ਜਾਣੀ ਹੈ, ਤੁਹਾਡਾ ਕਿਹੜਾ ਬੀਜਿਆ, ਜਾਂ ਤੁਹਾਡੇ ਲਈ ਕਿਸੇ ਦੀ ਅਰਦਾਸ ਬੇਨਤੀ ਜਾਂ ਚੰਗਾ ਖਿਆਲ ਲਿਆ ਆ ਤੁਹਾਡੇ ਮਾਂ-ਪਿਓ ਦਾ ਕਦੋਂ ਬੀਜ ਬਣ ਕੇ ਫੁੱਟ ਪੈਣਾ ਹੈ, ਇਹ ਖੁਦਾ ਨੂੰ ਹੀ ਪਤਾ ਹੈ, ਇਹ ਪਰਮਾਤਮਾ ਨੂੰ ਹੀ ਪਤਾ ਹੈ। ਪਰ ਜਦੋਂ ਕੋਈ ਸਤਿਪੁਰਸ਼ ਮਿਲ ਜਾਏ, ਸਤ ਸੰਗਤ ਮਿਲ ਜਾਏ, ਵੱਡੇ ਭਾਗ ਜਾਣ ਕੇ ਫਿਰ ਉਹਨੂੰ ਗਵਾ ਨਾ ਦਿਓ, ਫਿਰ ਉਹਨੂੰ ਕਿਤੇ ਅਜਾਈ ਨਾ ਗਵਾ ਲਿਓ, ਉਹਨੂੰ ਤਮਾਸ਼ਾ ਨਾ ਬਣਾ ਲਿਓ, ਉਹਨੂੰ ਇੱਕ ਸਪੀਚ ਸਮਝ ਕੇ ਜਾਂ ਭਾਸ਼ਣ ਸਮਝ ਕੇ ਉਹਨੂੰ ਕਿਤੇ ਆਪਣੇ ਜੀਵਨ ਦੇ ਵਿੱਚੋਂ ਉਹ ਪਲ ਵਸਾਰ ਨਾ ਦਿਓ, ਉਹ ਗਵਾ ਨਾ ਲਿਓ। ਇਹ ਵੱਡੇ ਭਾਗਾਂ ਨਾਲ ਮਿਲਦਾ ਹੈ। ਵੱਡੇ ਵੱਡੇ ਲੈਕਚਰ ਤੇ ਗਿਆਨ ਤੁਹਾਨੂੰ ਬਹੁਤ ਜਗ੍ਹਾ ਤੋਂ ਮਿਲ ਜਾਏਗਾ, ਪਰ ਸਤਸੰਗ ਉੱਥੇ ਚੋਟ ਕਰਦਾ ਹੈ
ਜਿੱਥੋਂ ਤੁਹਾਡਾ ਜੀਵਨ ਬਦਲਣਾ ਹੈ। ਸਤ ਸੰਗ ਤੁਹਾਨੂੰ ਹੌਲੀ ਹੌਲੀ ਕਰਕੇ ਉੱਥੇ ਲੈ ਕੇ ਜਾਂਦਾ ਹੈ, ਸੰਸਾਰ ਦੇ ਪ੍ਰਮਾਣ ਦੇ ਕੇ, ਸੰਸਾਰ ਦੀਆਂ ਘਟਨਾ ਸਾਰੀਆਂ ਤੁਹਾਨੂੰ ਸਮਝਾ ਕੇ ਫਿਰ ਤੁਹਾਨੂੰ ਉੱਥੇ ਲੈ ਕੇ ਜਾਂਦਾ ਹੈ ਜਿੱਥੋਂ ਤੁਹਾਡਾ ਜੀਵਨ ਕਮਲ ਦੇ ਫੁੱਲ ਵਾਂਗੂ ਖਿਲਣਾ ਹੈ। ਰਹਿੰਦੇ ਭਾਵੇਂ ਤੁਸੀਂ ਚਿੱਕੜ ਦੇ ਵਿੱਚ ਹੋ ਮੇਰੇ ਪਿਆਰਿਓ, ਪਰ ਜਦੋਂ ਦਇਆ ਮਿਹਰ ਤੁਹਾਡੇ ਤੇ ਸੰਤਾਂ ਦੀ, ਮਹਾਤਮਾ ਦੀ, ਗੁਰੂਆਂ ਦੀ ਹੋ ਜਾਣੀ ਹੈ, ਤੁਸੀਂ ਉਸ ਚਿੱਕੜ ਵਿੱਚ ਵੀ ਕਮਲ ਵਾਂਗੂ ਖਿਲ ਜਾਣਾ ਹੈ। ਚਿੱਕੜ ਜਿੰਨਾ ਮਰਜ਼ੀ ਤੇਜ਼ੀ ਨਾਲ ਉੱਤੇ ਆਉਂਦਾ ਰਹੇ, ਕਮਲ ਦੇ ਫੁੱਲ ਵਿੱਚ ਇਹ ਤਾਕਤ ਹੁੰਦੀ ਹੈ, ਉਹ ਆਪਣੀ ਜਿੰਨਾ ਡਿਸਟੈਂਸ ਹੈ, ਅੰਗਰੇਜ਼ੀ 'ਚ ਕਹਿੰਦੇ ਡਿਸਟੈਂਸ, ਪੰਜਾਬੀ 'ਚ ਕਹਿੰਦੇ ਦੂਰੀ, ਉਹ ਓਨੀ ਦੂਰੀ ਬਣਾਈ ਰੱਖਦਾ ਹੈ ਆਪਣੀ ਗੰਦਗੀ ਤੋਂ ਜਿੰਨੀ ਉਹਨੂੰ ਚਾਹੀਦੀ ਹੈ। ਉਹ ਆਪਣੇ ਨੇੜੇ ਗੰਦਗੀ ਨਹੀਂ ਆਉਣ ਦਿੰਦਾ। ਛੱਪੜ ਦੇ ਵਿੱਚ ਕਮਲ ਖਿਲਿਆ ਹੋਵੇ, ਛੱਪੜ ਦਾ ਪਾਣੀ ਵੱਧ ਜਾਏ, ਤੁਸੀਂ ਵਧਾ ਕੇ ਵੇਖ ਲੈਣਾ, ਅਗਲੇ ਦਿਨ ਨੂੰ ਕਮਲ ਦਾ ਫੁੱਲ 2, 3, 4 ਇੰਚ ਉੱਤੇ ਹੋਇਆ ਹੋਏਗਾ। ਸਤ ਸੰਗੀ ਜਿਹੜਾ ਸਤ ਦਾ ਸੰਗ ਕਰਦਾ, ਸੰਤਾਂ ਦਾ ਸੰਗ ਕਰਦਾ ਹੈ, ਤੁਸੀਂ ਦੇਖ ਲੈਣਾ ਉਹਦੇ ਜੀਵਨ 'ਚ ਜਿੰਨੇ ਮਰਜ਼ੀ ਲੋਕ ਬੁਰੇ ਆ ਜਾਣ, ਉਹ ਕਦੇ ਵੀ ਬੁਰੇ ਲੋਕਾਂ ਨਾਲ ਆਪਣੀ ਨੇੜਤਾ ਨਹੀਂ ਵਧਾਉਂਦਾ। ਉਹਨੂੰ ਪਤਾ ਹੁੰਦਾ ਮੈਂ ਸਤ ਕਿਵੇਂ ਪ੍ਰਾਪਤ ਕੀਤਾ ਹੈ, ਮੇਰੀ ਜ਼ਿੰਦਗੀ ਦੀ ਮਿਹਨਤ ਹੈ, ਮੈਂ ਰਾਤਾਂ ਗਾਲੀਆਂ ਨੇ, ਵੱਡੇ ਭਾਗਾਂ ਨਾਲ ਮੇਰੇ ਕਰਮ ਖੁੱਲੇ, ਪਤਾ ਨਹੀਂ ਕਰੋੜਾਂ ਦੇ ਵਿੱਚੋਂ ਮੈਂ ਇੱਕ ਹਾਂ। ਉਹ ਜਿਹੜੇ ਮੇਰੇ ਭਾਗ ਖੁੱਲੇ, ਮੇਰੀ ਲਾਟਰੀ ਖੁੱਲੀ, ਜਿਹੜਾ ਮੇਰਾ ਪਰਮੇਸ਼ਰ ਨੇ ਮੈਨੂੰ ਚੁਣਿਆ ਸਤ ਦੇ ਮਾਰਗ ਵਾਸਤੇ, ਮੈਂ ਆਪਦਾ ਨੰਬਰ, ਮੈਂ ਆਪਦੀ ਟਰਨ, ਮੈਂ ਆਪਦੀ ਵਾਰੀ ਨਹੀਂ ਗਵਾਉਣੀ। ਉਹਨੂੰ ਪਤਾ ਹੁੰਦਾ ਇਸ ਕੀਮਤ ਦਾ ਕਿ ਝੂਠ ਦੇ ਵਿੱਚ ਮੈਂ ਕਿਵੇਂ ਸੜਦਾ ਸਾਂ ਤੇ ਅੱਜ ਮੈਂ ਆਨੰਦ ਵਿੱਚ ਬੈਠਾ। ਸੰਸਾਰ ਸਾਰਾ ਜਲ ਰਿਹਾ ਹੈ ਤੇ ਮੇਰੇ ਤੇ ਮਹਾਰਾਜ ਦੀ ਇੰਨੀ ਕਿਰਪਾ, ਮੈਨੂੰ ਪਤਾ ਹੀ ਨਹੀਂ ਦਿਨ ਕਿੱਥੇ ਚੜ੍ਹਦਾ ਤੇ ਰਾਤ ਕਿੱਥੇ ਪੈ ਜਾਂਦੀ ਏ। ਕਿਸੇ ਵਕਤ ਮੇਰਾ ਘੜੀਆਂ ਨੂੰ ਵੇਖ ਵੇਖ ਕੇ ਟਾਈਮ ਨਹੀਂ ਸੀ ਬੀਤਦਾ। ਕਈ ਤਰ੍ਹਾਂ ਦੇ ਫਿਕਰ ਲੱਗੇ ਹੁੰਦੇ ਸੀ, ਦੇਣ ਤੇ ਲੈਣ ਦੇ, ਕਈ ਤਰ੍ਹਾਂ ਦੀਆਂ ਚਿੰਤਾਵਾਂ ਸੀ। ਅੱਜ ਏਡੀ ਮਹਾਰਾਜ ਦੀ ਦਇਆ ਤੇ ਏਡੀ ਕਿਰਪਾ ਹੋਈ ਏ, ਪਤਾ ਹੀ ਨਹੀਂ ਲੱਗਦਾ ਸਮਾਂ ਕਿਵੇਂ ਬੀਤਿਆ ਜਾ ਰਿਹਾ। ਆਨੰਦ ਵਿੱਚ, ਭਗਤੀ ਵਿੱਚ, ਸਿਮਰਨ ਵਿੱਚ, ਪ੍ਰਭੂ ਕਿਰਪਾ ਨਾਲ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਆਪਦੀ ਕਿਰਤ ਕਰਦੇ ਆ, ਆਪਣੇ ਚਿੱਤ ਹੱਥ ਕਾਰ ਵੱਲ, ਚਿੱਤ ਯਾਰ ਵੱਲ, ਹੱਥਾਂ ਨਾਲ ਆਪਦੀ ਕਿਰਤ ਕਰੀ ਜਾਂਦੇ ਨੇ ਸਤ ਸੰਗੀ, ਤੇ ਆਪਣਾ ਜਿਹੜਾ ਚਿੱਤ ਹੈ ਉਹ ਪਰਮੇਸ਼ਰ ਨਾਲ ਜੋੜ ਕੇ ਰੱਖਦੇ ਨੇ। ਹੁਣ ਸਤਿਗੁਰੂ ਮਹਾਰਾਜ ਦਇਆ ਕਰਦੇ ਨੇ, ਉਹ ਕਹਿੰਦੇ ਨੇ ਹੁਣ ਅੰਦਰ ਵਾਲੇ ਨੂੰ ਤੋੜਨਾ ਹੈ। ਹੁਣ ਜਿਹੜਾ ਉਹ 7 ਦੀਵਾਰਾਂ ਦੇ ਅੰਦਰ ਬੁਰਾਈ ਬੈਠੀ ਹੈ, ਜਿਹਨੂੰ ਬਾਹਰਲੀ ਦੀਵਾਰ ਇੱਕ ਨਹੀਂ ਲੰਘਣ ਦਿੰਦੀ ਪਈ, ਤੇ 7 ਦੀਵਾਰਾਂ ਕਿਵੇਂ ਟੁੱਟਣਗੀਆਂ? ਇਹ 7 ਦੀਵਾਰਾਂ ਦੀ ਤੋੜਨ ਦੀ ਜੁਗਤੀ ਕੇਵਲ ਮਹਾਤਮਾ ਕੋਲ ਹੈ। ਦੁਨੀਆ ਦੇ ਵਿੱਚ ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨਾ ਮਰਜ਼ੀ ਤੁਸੀਂ ਖੱਪ ਜਾਓ, ਜੋ ਮਰਜ਼ੀ ਕਰ ਲਓ, ਧੂਣੀਆਂ ਤਾ ਲਓ, ਹੋਰ ਹੱਥ ਤਪ ਕਰ ਲਓ, ਜੋ ਮਰਜ਼ੀ ਕਰ ਲਓ, ਜੇ ਉਹ ਗੜ ਟੁੱਟੇਗਾ, ਉਹ ਭਰਮ ਗੜ, ਉਹ ਭੁਲੇਖੇ ਦਾ ਗੜ, ਉਹ ਪੰਜਾਂ ਦਾ ਗੜ, ਉਹ ਬੁਰਾਈ ਦਾ ਗੜ, ਉਹ ਝੂਠ ਦਾ ਗੜ, ਜਦੋਂ ਵੀ ਤੋੜੇਗਾ ਉਹਨੂੰ ਸੰਤ ਤੋੜੇਗਾ। ਔਰ ਸੰਤ ਕਦੋਂ ਤੋੜੇਗਾ? ਜਦੋਂ ਸੰਤ ਤੇ ਸ਼ਿਸ਼ ਦੀ ਇੱਕ ਸੋਚ ਹੋ ਜਾਏਗੀ। ਫਿਰ ਸਮਝੋ ਉਹ ਗੜ ਕਦੋਂ ਟੁੱਟੇਗਾ, ਇਹ ਲਾਇਆ ਕਦੋਂ ਮਿਲੇਗਾ। ਲੱਖ ਸਮਝਾਉਣ ਦੇ ਬਾਵਜੂਦ ਵੀ ਜਿਹੜੀ ਤੁਹਾਨੂੰ ਗੱਲ ਸਮਝ ਨਹੀਂ ਆ ਰਹੀ, ਉਹ ਕਿਵੇਂ ਆਏਗੀ? ਜਦੋਂ ਤੁਹਾਡੀ ਤੇ ਮਹਾਤਮਾ ਦੀ ਇੱਕ ਗੱਲ ਹੋ ਜਾਏਗੀ। ਇੱਕ ਜੋ ਸੰਤ ਕਹਿਣ ਤੁਸੀਂ ਉਹੀ ਕਮਾਉਣਾ ਹੈ, ਜੋ ਸੰਤ ਕਹਿਣ ਤੁਸੀਂ ਉਹੀ ਖਾਣਾ ਹੈ, ਜੋ ਸੰਤ ਕਹਿਣ ਤੁਸੀਂ ਉਹੀ ਪੀਣਾ ਹੈ। ਤੁਸੀਂ ਇੱਕ ਇੱਕ ਸਵਾਸ ਉਸ ਮਹਾਤਮਾ ਦੇ, ਉਸ ਸੰਤ ਦੇ, ਉਹਨਾਂ ਪ੍ਰਭੂ ਪਿਆਰਿਆਂ ਦੇ, ਉਹਨਾਂ ਗੁਰੂਆਂ ਦੇ ਆਸ਼ੇ ਅਨੁਸਾਰ ਜੀਣਾ। ਜਦੋਂ ਤੁਸੀਂ ਇੱਕ ਇੱਕ ਸਵਾਸ ਉਹਨਾਂ ਨੂੰ ਭੇਟ ਕਰ ਦਿਓਗੇ, ਕੰਮ ਇਹ ਫਿਰ ਤੁਹਾਡੇ ਤੋਂ ਨਹੀਂ ਹੋਣਾ, ਕਰਨਾ ਸੰਤ ਨਹੀਂ ਹੈ। ਤੁਸੀਂ ਕੇਵਲ
अपना बचदा समा संतां दे चरनां च भेंट करना है कि महाराज जी हम अनजान अकल मत थोरी। इना महाराज जी मैं संसारी विद्वान तो मैं बड़ा तकड़ा, संसारी ज्ञान मैंने बहुत है, पर महाराज जी ये ब्रह्म ज्ञान मेरे को नहीं है। तुसी कृपा करो, तुसी मेहर करो, ये जेड़े मेरे अंदर खंड बने हुए ने इन्हां खंडां दे विच जिहड़ी बुराई लुक के बैठी है उहनूं बाहर कढो। फिर महात्मा कृपा करते ने, दया करते ने, किसी नूं श्वासा राही, किसी नूं सरवणा राही, किसी नूं नेत्रा राही, किसी नूं मुख राही अपने अंदर जाना सिखाउंदे ने। फिर वो 7 दरवाजे, वो 7 कोट, वो जड़ियां दीवारां ने उन्हां नूं तोड़दे ने, भनदे ने, विन्हदे ने। एक एक दीवार करके विन्हदे जांदे ने, एक एक दीवार करके विन्हदे जांदे ने। एक अदा प्रमाण दे दिया, बाकी भगती करने वाले समझने गल नूं। जिन्हां ने करनी है वो पहला मन बनाउण, फिर समझाया जाएगा। एक दस देना सब तो पहला जिहड़ा अनकॉन्शियस माइंड, जिन्हों अंग्रेजी विच तुसीं कहिंदे हो अचेत मन, बाहरला मन गल्लां सुनी जांदा है, बाहरला मन विद्वान बन जाता है। जदों कोई दूजी वारी गल ओही सुना रहा होवे ते मन कहंदा मैं तां ये गल बड़ी वारी सुनी हुई है, ये बचन तां मैं रोज सुनदा, ये तां हर एक संत यही आखदा है, हर एक ग्रंथी ये आखदा है। कई बारी तां बंदा आप भी सुन सुन के कथावाचक बन जाता है, पर पहला सतगुर कृपा करते ने उस अचेत मन दे विच गल नूं भेजण वास्ते तुहाडे श्वासां दे नाल ओ बचन नूं पुरोना पैंदा है। जदों एक एक श्वास उस मंत्र नाल, ओ बचन नाल, इनू सच कहो सच, ओ सच्चा मंत्र, ओ सच्चा बचन जदों श्वास दे नाल परो दिता जांदा है तो एक श्वास तो बाद दूजा टक्कर, दूजे तो बाद तीजा, जिवें हथौड़ा वजदा है इवें ओ दीवारां ते वजदा है ते हौली हौली ओनूं उन्हां दीवारां नूं मन भेदना शुरू कर दिंदा। ओ शब्द भेदना शुरू करदा, भेदना मतलब तोड़ना, उहदे विचों सन लाउणी, उहदे विचों रस्ता बनाउणा। जदों श्वास दर श्वास ये चलदा है हौली हौली, फिर ये अपना जगह अगों मार्ग जिहड़ा निशाना है वो नेड़े आउणा शुरू हो जाता है। इधरों जिहड़ा शब्द है अपना हौली हौली आकार बदलदा जांदा है, फौज वधदी जांदी है, ये अपना रूप ताकतवर बनाउंदा जांदा है। यही शब्द पहला जिहड़ा धक्के नाल जां जोर नाल जां अपने मन दे उत्ते जोर पा के बह के जपना पैंदा सी, मन फुरनियां तो नहीं सी हटदा। ये हौली हौली फिर शब्द निरंतर आपे चलना शुरू हो जाता है, हौली हौली मन फुरने रहत होना शुरू हो जाता है। इहदा मतलब ये हो गया पहली दीवार टुट गई, मन जिहड़ी फुरनियां दी दीवार सी अज सब तो वड्डी संसार दी पहली दीवार फुरना है। तुसी जदों भी कोई शब्द जपदे हो, बाणी पढ़दे हो, तुहाडा चित किते हुंदा ते मूंह विच तुसी कुछ बोलदे हुंदे हो। पहले 2-4 दिन मन लग जाता है क्योंकि वो बाणी तुहानू रटी नहीं हुंदी, बाणी तुहाडी रसना ते चढ़ी नहीं हुंदी। जदों बाणी रसना ते चढ़ जाती है फिर मन किते होर हुंदा है ते मुख बोली जाता है, चित किते होर हुंदा है। ते चोट किथे होनी है, जिस मन ते चोट करनी हो तां मन हैगा ही नहीं उत्थे। तुसी जपजी साहब शुरू कीता, चित तुहाडा किते होर चला गया ते वेदना किनू है, तोड़ना किनू है, चोट किहदे ते करनी है। तुसी शब्द जपदे पए हो, चित तुहाडा किते होर है, मन तुहाडा किते होर शहरां दे विच फिरदा है, वो किदां चोट करेगा। इस करके महात्मा फिर श्वास नाल जदों शब्द तोड़दे है फिर हौली हौली जिहड़ा मन है वो टिकना शुरू हो जाता है। इहदे नाल 2 तरह की शक्ति काम करदी है, एक शक्ति हुंदी है वो शब्द दी, दूजी शक्ति हुंदी है जिसने वो शब्द दिता है, जिन्हें जपिया है, जिहड़ा जपा रहा है ओदी ताकत नाल काम करदी है। जदों 2 ताकतां बन जांदियां ने फिर एक मन नूं ढाउणा
ਸੌਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਫਿਰ ਪਰਤਦਾਰ ਪਰਤ ਅੱਗੇ ਮਨ ਫੁਰਨਾ ਰਹਿਤ ਹੋ ਜਾਂਦਾ ਹੈ। ਫਿਰ ਇਹੀ ਜਿਹੜਾ ਸ਼ਬਦ ਹੈ ਇਹ ਨਿਰੰਤਰ ਬਿਨਾਂ ਬੋਲਣ ਤੋਂ ਆਪੇ ਚੱਲਣ ਲੱਗ ਜਾਂਦਾ ਹੈ, ਸੁਰਤ ਵਿੱਚ ਚੱਲਣ ਲੱਗ ਜਾਂਦਾ ਹੈ। ਪਹਿਲੀ ਦੀਵਾਰ ਟੁੱਟ ਗਈ, ਦੂਜੀ ਦੀਵਾਰ ਤੇ ਜਾ ਪਹੁੰਚਿਆ। ਇਵੇਂ ਫਿਰ ਹੌਲੀ ਹੌਲੀ ਇਹ ਸ਼ਬਦ ਅਨਹਦ ਬਣ ਜਾਂਦਾ ਹੈ। ਅਨਹਦ ਤੋਂ ਸੁਨ ਤੇ ਸੁਨ ਤੋਂ ਅੱਗੇ ਪਰਮੇਸ਼ਰ ਤੱਕ ਦਾ ਸਫ਼ਰ ਸੰਤ ਪੂਰਾ ਕਰਾ ਦਿੰਦੇ ਆ। ਤੁਸੀਂ ਆਪਣੇ ਮਨ 'ਚ ਸੋਚ ਕੇ ਦੇਖੋ, ਤੁਹਾਨੂੰ ਕਿੰਨਾ ਗਿਆਨ ਹੈ ਤੁਹਾਡੀ ਬਾਹਰਲੀ ਸਤਾ ਨੂੰ, ਜਿਹੜੇ ਤੁਹਾਡੇ ਮਨ ਦੀ ਬਾਹਰਲੀ ਸਤਾ ਇਹਨੂੰ ਕਿੰਨਾ ਗਿਆਨ ਹੈ। ਕੀ ਜਦੋਂ ਲੋੜ ਪੈਂਦੀ ਹੈ ਇਹ ਗਿਆਨ ਤੁਹਾਨੂੰ ਉਦੋਂ ਕੰਮ ਦਿੰਦਾ ਹੈ? ਨਹੀਂ ਦਿੰਦਾ। ਕਈ ਵਾਰੀ ਬੰਦਾ ਹੌਲੀ ਹੌਲੀ ਇੰਨਾ ਗਿਆਨ ਰੱਖਣ ਵਾਲਾ ਬੰਦਾ ਜਦੋਂ ਗਲਤੀ ਕਰਦਾ, ਕਈ ਵਾਰੀ ਬੰਦਾ ਆਪੇ ਹੀ ਡਿਪਰੈਸ਼ਨ 'ਚ ਆ ਜਾਂਦਾ ਹੈ, ਕਈ ਵਾਰੀ ਆਪੇ ਹੀ ਹੀਨ ਭਾਵਨਾ ਆ ਜਾਂਦੀ ਏ। ਮੈਨੂੰ ਇੰਨਾ ਗਿਆਨ ਹੋਣ ਦੇ ਬਾਵਜੂਦ ਮੈਂ ਕੀ ਕਰ ਬੈਠਾ। ਮੈਨੂੰ ਕਾਮ ਦਾ ਵੀ ਗਿਆਨ ਸੀ, ਕ੍ਰੋਧ ਦਾ ਵੀ ਗਿਆਨ ਸੀ, ਫਿਰ ਮੇਰੇ ਹੱਥੋਂ ਗੋਲੀ ਕਿਵੇਂ ਚੱਲ ਗਈ। ਮੈਨੂੰ ਕਾਮ ਦਾ ਗਿਆਨ ਸੀ, ਮੇਰੇ ਤੋਂ ਇਹ ਕਿਵੇਂ ਹੋ ਗਿਆ। ਬੰਦਾ ਆਪਣੀ ਮਾਰ ਥੱਲੇ ਇਹ ਨਹੀਂ ਉਹਨੂੰ ਕੋਈ ਸਮਝਾਵੇ। ਜਦੋਂ ਕੰਮ ਹੋ ਜਾਂਦਾ ਹੈ, ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੰਮ ਕਰਕੇ ਆਪਣੇ ਗ੍ਰਹਿ ਵਿੱਚ ਆਪਣੀ ਜਗ੍ਹਾ ਤੇ ਵਾਪਸ ਚਲੇ ਜਾਂਦੇ ਨੇ, ਫਿਰ ਉਹੀ ਬਾਹਰ ਵਾਲੀ ਸਤਾ ਬੰਦੇ ਨੂੰ ਝੋਰਦੀ ਹੈ, ਕਿਉਂਕਿ ਗਿਆਨ ਬਾਹਰ ਵਾਲੀ ਸਤਾ ਕੋਲ ਹੈ, ਕੰਮ ਅੰਦਰ ਵਾਲਾ ਕਰੀ ਜਾਂਦਾ ਹੈ। ਇਸੇ ਤਰ੍ਹਾਂ ਤੁਹਾਡੇ ਅੰਦਰ ਦੋ ਵੱਡੇ ਖੰਡ ਨੇ, ਇੱਕ ਖੰਡ ਹੈ ਮਨ ਦਾ, ਇੱਕ ਖੰਡ ਹੈ ਆਤਮਾ ਦਾ। ਆਤਮਾ ਸ਼ੁਰੂ ਤੋਂ ਹੀ ਪਰਮਾਤਮਾ ਹੈ, ਪਰ ਇਹ ਬੁਰਾ ਮਨ, ਇਹ ਵਿਕਾਰਾਂ 'ਚ ਡੁੱਬਿਆ ਮਨ, ਇਹ ਅਖੀਰ ਤੱਕ ਤੁਹਾਨੂੰ ਆਤਮਾ ਦੀ ਸਮਝ ਨਹੀਂ ਲੱਗਣ ਦਿੰਦਾ। ਅਖੀਰ ਤੱਕ ਕਈ ਵਾਰੀ ਵੱਡੇ ਵੱਡੇ ਸੰਤਾਂ ਤੇ ਮਹਾਤਮਾ ਨੂੰ ਵੀ ਇਹ ਭੁਲੇਖੇ ਪਾ ਦਿੰਦਾ ਹੈ। ਸੰਤ ਮਹਾਤਮਾ ਜਦੋਂ ਤੱਕ ਸਰੀਰ ਰਹਿੰਦਾ ਹੈ ਉਹ ਇਹ ਸਾਰਾ ਗਿਆਨ ਲੈ ਵੀ ਲੈਣ, ਆਤਮਾ ਤੱਕ ਪਹੁੰਚ ਵੀ ਜਾਣ, ਪਰਮਾਤਮਾ ਤੱਕ ਪਹੁੰਚ ਵੀ ਜਾਣ, ਪਰ ਇਸ ਮਨ ਦਾ ਉਹ ਵਸਾ ਫਿਰ ਵੀ ਨਹੀਂ ਖਾਂਦੇ। ਕਿਉਂਕਿ ਸਾਡੇ ਸੰਸਾਰ ਦੇ ਉੱਤੇ ਐਸੀਆਂ ਬਹੁਤ ਕਹਾਣੀਆਂ ਨੇ ਜਿਹੜੀਆਂ ਬੰਦਾ ਬ੍ਰਹਮ ਬਣ ਕੇ ਪਰਮੇਸ਼ਰ ਬਣ ਕੇ ਉਸ ਤੋਂ ਬਾਅਦ ਫਿਰ ਤਿਲਕ ਗਿਆ, ਉਸ ਤੋਂ ਬਾਅਦ ਤਿਲਕ ਗਿਆ। ਮਨ ਤਾਂ ਮੌਕੇ ਲੱਭਦਾ ਰਹਿੰਦਾ ਹੈ ਬੰਦੇ ਤੋਂ ਗਲਤੀ ਕਰਾਉਣ ਦੇ। ਮਨ ਤਾਂ ਮੌਕੇ ਢੂੰਡਦਾ ਰਹਿੰਦਾ ਹੈ ਤੁਹਾਨੂੰ ਤੁਹਾਡੇ ਪਰਮੇਸ਼ਰ ਨਾਲੋਂ, ਤੁਹਾਡੇ ਰੱਬ ਨਾਲੋਂ, ਤੁਹਾਡੇ ਪਰਮਾਤਮਾ ਨਾਲੋਂ ਤੋੜਨ ਦੇ। ਇਹ ਤਾਂ ਜੁੜਿਆ ਹੋਇਆਂ ਨੂੰ ਤੋੜਦਾ ਹੈ, ਤੁਸੀਂ ਤਾਂ ਹਲੇ ਤੁਰੇ ਹੀ ਨਹੀਂ। ਇਸ ਕਰਕੇ ਬੇਨਤੀ ਹੈ, ਸਾਧੂ ਦੀ ਸ਼ਰਨ ਚ ਆਓ, ਸਾਧੂ ਦੀ ਸੰਗਤ ਚ ਆਓ, ਸਤ ਸੰਗ ਵਿੱਚ ਬਵੋ। ਐਸੇ ਪਤਾ ਨਹੀਂ ਕਿੰਨੇ ਅਨੇਕਾਂ ਭੇਦ ਸਾਧੂ ਦਇਆ ਕਰਕੇ ਕਿਰਪਾ ਕਰਕੇ ਖੋਲਦੇ ਆ, ਕਿੰਨੇ ਭੇਦ ਖੋਲਦੇ ਆ। ਬ੍ਰਹਮ ਗਿਆਨ ਦੀਆਂ ਬਾਤਾਂ ਸੁਣਾਉਣੀਆਂ, ਬ੍ਰਹਮ ਗਿਆਨ ਸੁਣਾ ਦੇਣਾ ਕੋਈ ਵੱਡਾ ਕੰਮ ਨਹੀਂ। ਬ੍ਰਹਮ ਗਿਆਨੀ ਬਣਾਉਣਾ ਵੱਡਾ ਕੰਮ ਹੈ, ਬ੍ਰਹਮ ਗਿਆਨੀ ਪੈਦਾ ਕਰਨਾ ਵੱਡਾ ਕੰਮ ਹੈ, ਬ੍ਰਹਮ ਗਿਆਨ ਦੇ ਮਾਰਗ ਤੇ ਤੋਰਨਾ ਵੱਡਾ ਕੰਮ ਹੈ। ਬ੍ਰਹਮ ਗਿਆਨੀ ਤੂੰ ਜਦੋਂ ਬਣ ਜਾਂਦਾ ਹੈ, ਬ੍ਰਹਮ ਗਿਆਨੀ ਕੌਣ ਹੈ? ਬ੍ਰਹਮ ਗਿਆਨੀ ਉਹ ਹੈ ਜਿਨਨੇ ਬ੍ਰਹਮ ਦੇ ਵਿੱਚ ਅਭੇਦ ਹੋ ਗਿਆ, ਜਿਹੜਾ ਇਸ ਮਨੁੱਖਾ ਜਾਮੇ ਵਿੱਚ ਆਏ ਹੋਏ ਬੰਦੇ ਦੀ ਛੋਟੀ ਤੋਂ ਛੋਟੀ ਕਮਜ਼ੋਰੀ ਜਾਣਦਾ ਹੈ। ਉਹ ਤਰਸ ਕਰਦਾ ਸਾਡੇ ਤੇ, ਉਹ ਰਹਿਮ ਕਰਦਾ ਸਾਡੇ ਤੇ। ਉਹਨੂੰ ਪਤਾ ਹੈ ਇਹ ਕਿਸ ਉਲਝਣ ਦੇ ਵਿੱਚ ਫਸੇ ਹੋਏ ਨੇ, ਇਹ ਕਿਹੜੇ ਆਵਾਗਾਮ 'ਚ ਫਸੇ ਹੋਏ ਨੇ। ਇਹ ਕੱਲੇ ਗਿਆਨ ਨਾਲ ਇਹਨਾਂ ਦੀ ਗੱਲ ਨਹੀਂ ਬਣਨੀ, ਇਹਨਾਂ ਨੂੰ ਉਂਗਲ ਲਾ ਕੇ ਕੱਢ ਕੇ ਲੈ ਕੇ ਆਉਣਾ ਪੈਣਾ। ਕੱਲਾ ਪ੍ਰਚਾਰ ਕਰਨ ਨਾਲ ਗੱਲ ਨਹੀਂ ਬਣਨੀ, ਕੱਲਾ ਗਿਆਨ ਦੇਣ ਨਾਲ ਗੱਲ ਨਹੀਂ ਬਣਨੀ, ਕੱਲਾ ਸ਼ਬਦ ਅਰਥ ਕਰਨ ਨਾਲ ਗੱਲ ਨਹੀਂ ਬਣਨੀ।
ਇਹਨਾਂ ਦੇ ਨਾਲ ਬਹਿ ਕੇ ਭਗਤੀ ਕਰਨੀ ਪੈਣੀ, ਇਹਨਾਂ ਨੂੰ ਇੱਕ ਇੱਕ ਡੰਡਾ ਚੜਾਉਣਾ ਪੈਣਾ ਹੈ। क्यों कहते ने संत का मार्ग धर्म की पौड़ी को वडभागी पावे, इत्थे लिख सकते सी सारे वडभागी पा लैणगे। क्यों लिख गए गुरु नानक कोटन मैं कहूं वो करोड़ां दे विचों एक बनो। जे तुसी करोड़ां चों एक बंदा जज बनन दी कोशिश करदे हो, आस रखदे हो, होर वड्डियां उपाधियां लैण दी मन विच ठाणदे हो, संसारक उपाधियां जम जम लवो, पढ़ाई करो, आनंद लो, सब कुछ करो, संसारक आनंद भी जरूरी है, पर उस आनंद दे नाल सजीवी आनंद भी जरूरी है। कि जिस आनंद दी, जिस ब्रह्म दे आनंद दी सजीवी आनंद दी प्राप्ति वास्ते ये मौका मिलिया, ये वारी मिली, ये वारी जे खुस गई, वो जेड़ा संसारक आनंद लिया ओदा कोई लाया नहीं, वो सुपने आंगू एक दिन खत्म हो जाना है। ब्रह्म आनंद, शाही आनंद, सदीव काल आनंद जे तुहानू प्राप्त हो गया, ये आनंद तुहाडा कदे खत्म नहीं होना। तुसी अमृत नू प्राप्ति करो, मृत्यु विच ना आओ, काल विच ना आओ। काल तुहानू ग्रस लेगा, काल तुहानू खा लेगा। इन्हें पता नहीं तुहानू कितनी वारी खादा, कितनी वारी इन्हें तुहानू उल्टा मां दे पेट विच लटकन लई मजबूर कीता है। तुहानू सतपुरुष अमृत दी दात बख्श रहे, तुहाडा जीवन अमृत बना रहे, तुहानू बिख तो अमृत बना रहे, जहर तो अमृत बना रहे। किवें? सतसंग राही, सत संगत राही। सत संगत विच, सतसंग विच परमेश्वर आप रस्ते दसदा है, भगवान आप रस्ते दसदा है, भगवान आप राह कट कट के देंदा है, भगवान आप दया करदा है। इस करके रस्ता यही है सतसंग। जिहदे जीवन च सतसंग की प्राप्ति हो गई और वो सतसंग का आनंद उन्होंने मानना आ गया, उसका लाया लेना आ गया, प्यारिओ उन्होंने फिर परमेश्वर की प्राप्ति तो, प्रभु मिलन तो, खुदा बनन तो कोई नहीं रोक सकता। ਉਹਦੇ बारे भगतां ने कहा हर हर जन दो एक है। उस जन विच ते हरि दे जन विच कोई फर्क नहीं रहिंदा, पर प्रेम दा मार्ग है साच कहूं सुन लेहो सबे। जिन प्रेम कियो तिन ही प्रभ पायो। जदों प्रेम दे विच सत्संग सरवण करांगे, अगे जदों तुहानू प्रभु नाल प्रेम हो गया उदों तां प्रेम हो ही जाना है, पर एक बारी शुरू विच यतन तुसी करना है प्रेम दा। एक बारी तुसी अपने अंदर प्रेम पैदा करना है, एक बारी तुसी अपने मन नू कहना है, हे मना अपने सारे गुमान ला दे, अपना सारा दुनियावी ज्ञान एक पासे रख दे, सत दी पढ़ाई पढ़, सत ते चलण दा यतन कर। इस करके आप जी वास्ते सत्संग दी बख्शिश रोजाना हो रही है। समा नाजुक है, जिथे तक सत्संग पहुंचता है श्रवण करो, ओदे चो लाहे लो। विधि देखो सत्संग विच दित्ती जाती है, वो विधि नू माणो। हौली हौली करके जिथे बैठे हो प्रभु दे प्यार विच, प्रभु दे आनंद विच, जेड़ा भी मंत्र तुहानू परमात्मा दा जेड़ा भी मंत्र चंगा लगदा है, ओम कह लो, हरि ओम कह लो, एक ओंकार कह लो, वाहिगुरु कह लो, अल्लाह कह लो, भगवान कह लो, राम कह लो, नारायण कह लो, कुछ भी कह लो। उस शब्द नाल अपने अंदर आराधना शुरू करो, उस परमात्मा नू याद करना शुरू करो। पहला मुख नाल जपो, उस आवाज नू अपने कन्ना नाल सुनो, मुंह बोले कन उन्होंने सुनन। थोड़ा समा उस आवाज नू कन सुनन, सुनदियां सुनदियां उही आवाज अपने अचेत मन विच भाव अंदर लै जाओ। उन्हों उस शब्द दे उत्ते ध्यान रख के, चाहे उन्होंने श्वासां नाल चला लो, चाहे उन्होंने मस्तक ते रख के चला लो, चाहे हिरदे ते रख के चला लो,
ਜਿੱਥੇ ਵੀ ਤੁਹਾਡੀ ਸੁਵਿਧਾ ਤੁਸੀਂ ਉੱਥੇ ਰੱਖ ਕੇ ਉਹ ਸ਼ਬਦ ਨੂੰ ਚਲਾਓ ਔਰ ਹੌਲੀ ਹੌਲੀ ਕਰਕੇ ਇਸ ਰਸਤੇ ਤੇ ਤੁਰਨ ਦਾ ਯਤਨ ਕਰੋ। ਇਹੀ ਇੱਕ ਮਾਰਗ ਹੈ ਜਿਹਦੇ ਤੇ ਆਪਾਂ ਨੂੰ ਪ੍ਰਭੂ ਪ੍ਰਾਪਤੀ ਹੋਣੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਾਰੇ ਫਤਿਹ ਬੁਲਾਓ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।